फादर प्रभु यीशु मसीह नासरी के नाम ਨਾਲ ਸਾਰਿਆਂ ਦਾ ਮਸੀਹ ਯੀਸ਼ੂ ਦੀ ਪਵਿੱਤਰ ਹਜ਼ੂਰੀ ਵਿੱਚ ਸਵਾਗਤ ਕਰਦੇ ਹਾਂ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਪਰਮੇਸ਼ਵਰ ਦੇ ਨਾਮ ਨੂੰ ਧੰਨ ਧੰਨ ਕਹਿੰਦੇ ਹਾਂ ਜਿਨਨੇ ਸਾਨੂੰ ਅੱਜ ਦਾ ਸੁਹਾਵਣਾ ਦਿੱਤਾ। ਅੱਜ ਮੇਰੇ ਬੇਟੇ ਦਾ ਬਰਥਡੇ ਹੈ। ਪਰਮੇਸ਼ਵਰ ਦਾ ਸ਼ੁਕਰ ਕਰਦੇ ਹਾਂ। ਇਸ ਵਾਸਤੇ ਵੀ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਬੱਚਿਆਂ ਦੇ ਨਾਲ ਹੀ ਪਰਮੇਸ਼ਵਰ ਨੇ ਸਾਨੂੰ ਮਾਂ, ਕਿਸੇ ਨੂੰ ਨਾਨੀ, ਕਿਸੇ ਨੂੰ ਦਾਦੀ, ਕਿਸੇ ਨੂੰ ਬਾਪ, ਕਿਸੇ ਨੂੰ ਭੈਣ ਕਿੰਨੇ ਰਿਸ਼ਤੇ ਬਣਦੇ ਹੈਗੇ। ਸਾਰੇ ਰਿਸ਼ਤੇ ਪਰਮੇਸ਼ਵਰ ਵੱਲੋਂ ਹੈਗੇ ਆ। ਸਾਰੇ ਰਿਸ਼ਤੇ ਜਿਹੜੇ ਹੈਗੇ ਆ ਪਰਮੇਸ਼ਵਰ ਵੱਲੋਂ ਆਉਂਦੇ ਹੈਗੇ ਆ। ਸੋ ਪਰਮੇਸ਼ਵਰ ਦਾ ਬਹੁਤ ਬਹੁਤ ਅਸੀਂ ਸ਼ੁਕਰ ਕਰਦੇ ਹਾਂ। ਥੈਂਕ ਯੂ ਫਾਦਰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ। ਕੀ ਪਿਤਾ ਪਰਮੇਸ਼ਵਰ ਤੁਹਾਡਾ ਸ਼ੁਕਰ ਕਰਦੇ, ਤੁਹਾਡੇ ਨਾਮ ਨੂੰ ਵਡਿਆਉਂਦੇ, ਤੁਹਾਡੇ ਨਾਮ ਦੀ ਜੈਕਾਰ ਕਰਦੇ। ਖੁਦਾਵੰ ਹਰ ਚੰਗੀ ਚੀਜ਼ ਤੁਹਾਡੇ ਵੱਲੋਂ ਆਉਂਦੀ ਹੈ ਮੇਰੇ ਪਿਤਾ ਪਰਮੇਸ਼ਵਰ। ਇਹ ਪਿਤਾ ਪਰਮੇਸ਼ਵਰ ਇਸ ਟਾਈਮ ਤੇ ਅਸੀਂ ਤੁਹਾਡਾ ਸ਼ੁਕਰਾਨਾ ਦੇਣ ਵਾਸਤੇ ਖੁਦਾਵੰ ਤੁਹਾਡੇ ਚਰਨਾਂ ਵਿੱਚ ਬੈਠੇ ਹਾਂ। ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਤੁਸੀਂ ਸਾਨੂੰ ਇੱਕ ਇੱਕ ਨੂੰ ਨਾਮ ਲੈ ਕੇ ਬੁਲਾਇਆ ਮੇਰੇ ਖੁਦਾਵੰ ਔਰ ਆਪਣੀ ਹਜ਼ੂਰੀ ਬਖਸ਼ੀ ਹੈ ਖੁਦਾਵੰ। ਤੁਹਾਡਾ ਧੰਨਵਾਦ ਕਰਦੇ ਇਸ ਪਵਿੱਤਰ ਹਜ਼ੂਰੀ ਵਾਸਤੇ। ਤੁਸੀਂ ਆਪਣੇ ਨਾਮ ਨਾਲ ਖੁਦਾਵੰ ਸਾਨੂੰ ਆਪਣੇ ਬੇਟੇ ਬੇਟੀਆਂ ਕਿਹਾ। ਤੁਹਾਡੀ ਇਸ ਕਿਰਪਾ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰ। ਸਾਨੂੰ ਰਿਸ਼ਤਿਆਂ ਵਿੱਚ ਬੰਨਿਆ ਖੁਦਾਵੰ, ਦੁਨਿਆਵੀ ਰਿਸ਼ਤੇ ਦਿੱਤੇ, ਪਰ ਸਭ ਤੋਂ ਉੱਤਮ ਲਾਰਡ ਜੀਸਸ ਹੋ ਗॉड ਤੁਸੀਂ ਆਪਣੇ ਪਵਿੱਤਰ ਲਹੂ ਦੇ ਨਾਲ ਸਾਡੇ ਰਿਸ਼ਤੇ ਨੂੰ ਬੰਨਿਆ। ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰ। ਇਸ ਟਾਈਮ ਤੇ ਅਸੀਂ ਸਭ ਤੁਹਾਡੇ ਰਿਸ਼ਤੇ ਨਾਲ ਇੱਥੇ ਬੈਠੇ ਹਾਂ ਲਾਰਡ ਜੀਸਸ। ਹਰ ਚੀਜ਼ ਦੇ ਲਈ ਤੁਹਾਡੀ ਮਹਿਮਾ ਹੋਏ, ਤੁਹਾਡੀ ਸਤੁਤੀ ਹੋਵੇ। ਤੁਹਾਡੇ ਨਾਮ ਦੀ ਮਹਿਮਾ ਕਰਨ ਵਾਸਤੇ ਆਏ ਹਾਂ। ਸਾਡੇ ਜੋ ਊਂਠਾਂ ਦੀ ਕੁਰਬਾਨੀ ਲੈ ਕੇ ਆਏ ਖੁਦਾਵੰ, ਦਇਆ ਕਰਨਾ, ਕਿਰਪਾ ਕਰਨਾ ਖੁਦਾਵੰ। ਸਾਡੀ ਅਰਜ਼ੋਈ ਨੂੰ ਸਵੀਕਾਰ ਕਰਨਾ ਹੈ ਖੁਦਾਵੰ। ਅੱਜ ਦੀ ਮਹਿਮਾ ਸਤੁਤੀ ਜੋ ਕਰਨ ਜਾ ਰਹੇ ਹਾਂ ਤੁਹਾਡੇ ਗ੍ਰਹਿਣ ਯੋਗ ਹੋਵੇ। ਬੱਚੇ ਵਾਸਤੇ ਖੁਦਾਵੰ ਤੁਹਾਡੇ ਕੋਲ ਬਰਕਤਾਂ ਮੰਗਦੇ ਆ। ਆਪਣੀ ਹਜ਼ੂਰੀ ਬੱਚੇ ਨੂੰ ਬਖਸ਼ੋ, ਆਰੂਸ਼ ਨੂੰ ਖੁਦਾਵੰ ਆਪਣੀ ਨਜ਼ਦੀਕੀ ਬਖਸ਼ੋ ਲਾਰਡ। ਆਪਣੀ ਗਲੋਰੀ ਦੇ ਲਈ ਆਪਣੀ ਕਿੰਗਡਮ ਵਿੱਚ ਯੂਜ਼ ਕਰੋ ਖੁਦਾਵੰ। ਫਾਦਰ ਇਸ ਬੱਚੇ ਤੇ ਬੋਲਦੀ ਹਾਂ ਕਿ ਪਹਿਲਾਂ ਪਰਮੇਸ਼ਵਰ ਔਰ ਉਸਦੇ ਰਾਜੇ ਦੀ ਖੋਜ ਕਰੋ, ਬਾਕੀ ਸਭ ਚੀਜ਼ਾਂ ਮਿਲ ਜਾਣਗੀਆਂ। ਮਦਦ ਕਰੋ ਪ੍ਰਭੂ ਤੁਹਾਨੂੰ ਔਰ ਤੁਹਾਡੇ ਰਾਜੇ ਦੀ ਖੋਜ ਕਰਨ 'ਚ ਇਸ ਬੱਚੇ ਦੀ ਇਸ ਸਾਲ 'ਚ ਹੋਰ ਮਦਦ ਕਰੋ ਖੁਦਾਵੰ ਤਾਂ ਕਿ ਤੁਹਾਡੀ ਨਜ਼ਦੀਕੀ ਵਿੱਚ, ਤੁਹਾਡੀ ਪਵਿੱਤਰਤਾ ਵਿੱਚ ਅੱਗੇ ਵਧੇ। ਥੈਂਕ ਯੂ ਫਾਦਰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਆਮੀਨ। Praise the Lord. Let us worship God. 1, 2, go. Open the eyes of my heart, Lord. Open the eyes of my heart. I want to see you. I want to see you. To see you high and lifted up, shining in the light of your glory. Pour out your power and love. We sing holy, holy, holy. Holy, holy, holy. I want to see you. I want to see you. Open the eyes of my heart, Lord. Open the eyes of my heart. I want to see you. I want to see you. To see you high and lifted up, shining in the light of your glory. Pour out your power and love. We sing holy, holy, holy. Holy, holy, holy. Oh, I want to see you. I want to see you. थैंक यू Thank you, Father. फादर। बहुत उठा कर देता, धन्यवाद करते हैं। Thank you, Lord Jesus.
ਦਾ ਧੰਨਵਾਦ ਹੋਏ, ਫਿਰ ਇੱਕ ਵਾਰੀ ਮੌਕਾ ਦਿੱਤਾ, ਆਪਣੇ ਪਵਿੱਤਰ ਸਾਹ ਦਿੱਤੇ। ਉਹਨਾਂ ਪਵਿੱਤਰ ਸਾਹਾਂ ਨੂੰ ਵੀ ਆਪਣੀ ਕਿਰਪਾ ਦੀ ਬਦੌਲਤ ਆਪਣੀ ਹਜ਼ੂਰੀ ਵਿੱਚ ਲੈ ਕੇ ਆਏ ਹੈ। ਔਰ ਇਸ ਟਾਈਮ ਵੀ ਪਰਮੇਸ਼ਵਰ ਦਾ ਦਿੱਤਾ ਹੋਇਆ ਹੈ, ਆਪਣੀ ਹਜ਼ੂਰੀ ਵੀ ਪਰਮੇਸ਼ਵਰ ਨੇ ਆਪ ਹੀ ਦਿੱਤੀ ਹੈ, ਔਰ ਸਾਹ ਵੀ ਪਰਮੇਸ਼ਵਰ ਨੇ ਦਿੱਤੇ ਹੈ। ਸਭ ਕੁਝ ਪਰਮੇਸ਼ਵਰ ਦਾ ਹੀ ਹੈ। ਅਸੀਂ ਪਰਮੇਸ਼ਵਰ ਦਾ ਲੱਖਾਂ ਕਰੋੜਾਂ ਵਾਰੀ ਆਪਾਂ ਧੰਨਵਾਦ ਕਰਦੇ ਹਾਂ। ਵਰਸ਼ਿਪ ਸੌਂਗ 'ਚ ਜਾਵਾਂਗੇ ਅਗਲੇ। मेरा यीशु, मेरा यीशु बड़ा ही महान, मेरा यीशु बड़ा ही महान, मैं ओदे नाल टुर जाना। मेरा यीशु
ਧੰਨਵਾਦ ਕਰਦੇ ਹਾਂ ਖੁਦਾਵੰਦ। ਫਾਦਰ ਤੁਸੀਂ ਵਚਨ 'ਚ ਲਿਖਿਆ ਕਿ ਜਿਹੜੇ ਉਧਾਰ ਚਾਹੁੰਦੇ ਆ ਉਹ ਪਰਮੇਸ਼ਵਰ ਦੀ ਮਹਿਮਾ ਕਰਦੇ ਹੈ। ਲਾਰਡ ਜੀਸਸ ਸਾਡੀ ਸਭ ਦੀ ਮਦਦ ਕਰੋ। ਜੋ ਤੁਸੀਂ ਸਾਨੂੰ ਪਿਆਰ, ਆਨੰਦ, ਸ਼ਾਂਤੀ, ਧੀਰਜ, ਕਿਰਪਾ, ਭਲਾਈ, ਵਿਸ਼ਵਾਸ, ਨਮਰਤਾ, ਸੰਯਮ ਦਾ ਆਤਮਾ ਦਿੱਤਾ ਖੁਦਾਵੰਦ, ਪਵਿੱਤਰ ਆਤਮਾ ਜੀ ਦਿੱਤੇ ਖੁਦਾਵੰਦ, ਸਾਡੀ ਮਦਦ ਕਰੋ ਕਿ ਹਰ ਪਲ ਜਿਸ ਪਰਮੇਸ਼ਵਰ ਨੇ ਆਪਣਾ ਇਕਲੌਤਾ ਪੁੱਤਰ ਦਿੱਤਾ ਉਹ ਹੋਰ ਚੀਜ਼ਾਂ ਕਿਉਂ ਨਹੀਂ ਦੇਗਾ ਖੁਦਾਵੰਦ। ਸਾਡੀ ਮਦਦ ਕਰੋ ਕਿ ਤੁਸੀਂ ਆਪਣਾ ਬੈਸਟ ਗਿਫਟ ਸਾਨੂੰ ਦਿੱਤਾ ਖੁਦਾਵੰਦ। ਸਾਨੂੰ ਦੇਣ ਦਾ ਆਤਮਾ ਦਿਓ ਖੁਦਾਵੰਦ ਕਿ ਜਦੋਂ ਵੀ ਅਸੀਂ ਦਈਏ ਆਪਣਾ ਬੈਸਟ ਦੂਸਰੇ ਨੂੰ ਦੇ ਸਕੀਏ ਖੁਦਾਵੰਦ, ਕਿਉਂਕਿ ਤੁਹਾਡੀ ਇਹ ਨੇਚਰ ਹੈ, ਆਪਣੀ ਇਹ ਨੇਚਰ ਸਾਡੇ ਵਿੱਚ ਵੀ ਫਾਦਰ ਤੁਸੀਂ ਪਾਈ ਹੋਈ ਹੈ। ਸਾਡੀ ਮਦਦ ਕਰੋ ਕਿ ਉਸ ਨੂੰ ਲੈ ਕੇ ਅਸੀਂ ਉਸ ਨੂੰ ਵਰਤ ਸਕੀਏ ਖੁਦਾਵੰਦ, ਤਾਂ ਕਿ ਤੁਹਾਡੇ ਨਾਮ ਦੀ ਮਹਿਮਾ ਹੋਏ ਪਿਤਾ ਪਰਮੇਸ਼ਵਰ। ਫਾਦਰ ਇਸ ਸਮੇਂ ਜੋ ਤੁਸੀਂ ਵਚਨ ਦਾ ਦਿੱਤਾ ਖੁਦਾਵੰਦ, ਫਾਦਰ ਤੁਸੀਂ वचन 'ਚ लिखा कि बोने वाले को आप बीज देते हो खुदावंद। हे पिता परमेश्वर साड़ी सब दी मदद करो कि बीजना सिखाओ खुदावंद, ताकि असीं फलदार होइए लॉर्ड जीसस। ओ गॉड जो वचन आया फादर इस वचन नूं रिसीव करके खुदावंद अपनी जिंदगियां च तब्दीली लिया के खुदावंद वो वचन अगे तो अगे बीजते जाइए खुदावंद, ताकि फसल तैयार होए खुदावंद, और ऐसी फसल खुदावंद अपने रूह दियां बूंदां साडे दिलां ते पाओ खुदावंद, ताकि हे पिता परमेश्वर जो वचन अच्छी ग्राउंड पे बीजा जाए और लॉर्ड जीसस ओ गॉड फलां दे पूलियां नूं भर के असीं कट्टण दे योग्य होइए खुदावंद। थैंक यू फादर, प्रभु यीशु मसीह नासरी दे नाम नाल आमीन आमीन। सारिਆਂ ਨੂੰ ਜੈ ਮਸੀਹ ਦੀ ਇੱਕ ਵਾਰੀ ਫੇਰ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਸਾਰਿਆਂ ਦਾ ਸਵਾਗਤ ਕਰਦੇ ਹਾਂ, ਜਿਹੜੇ ਹੁਣ ਦੇਖ ਰਹੇ ਨੇ ਜਾਂ ਬਾਅਦ ਹੀ ਦੇਖਣਗੇ। ਅਸੀਂ ਹਰ ਰੋਜ਼ ਤੁਹਾਡੇ ਤੱਕ ਟੋਰਾਂਟੋ ਤੋਂ 12 ਵਜੇ ਪਰਮੇਸ਼ਵਰ ਦੀ ਆਰਾਧਨਾ ਤੇ ਪਰਮੇਸ਼ਵਰ ਦਾ ਵਚਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਹਾਂ। ਅਸੀਂ ਸਾਰੇ ਮਿਲ ਕੇ ਸਿੱਖਦੇ ਹਾਂ, ਅਸੀਂ ਵੀ ਤੁਹਾਡੇ ਨਾਲ ਸਿੱਖਦੇ ਹਾਂ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿੰਦੇ ਨੇ, ਕੀ ਸਾਡੇ ਤੋਂ ਚਾਹੁੰਦੇ ਨੇ, ਕਿਵੇਂ ਅਸੀਂ ਪਰਮੇਸ਼ਵਰ ਵਿੱਚ ਤਰੱਕੀ ਕਰ ਸਕਦੇ ਹਾਂ, ਕਿਹੜੀ ਕਿਹੜੀ ਮੁਸ਼ਕਲਾਂ ਜਿਹੜੀ ਹੈਗੀਆਂ ਨੇ ਜਦੋਂ ਸਾਡੇ ਤੇ ਆਉਂਦੀਆਂ ਨੇ, ਜਦੋਂ ਉਦੋਂ ਸਾਡਾ ਉਹਨਾਂ ਮੁਸ਼ਕਲ ਹਾਲਾਤਾਂ ਵਿੱਚ ਕੀ ਸੋਚ ਹੋਣੀ ਚਾਹੀਦੀ ਹੈ, ਕੀ ਜਵਾਬ ਹੋਣਾ ਚਾਹੀਦਾ। ਅਸੀਂ ਪਰਮੇਸ਼ਵਰ ਦੇ ਵਚਨ ਨੂੰ ਐਸ ਕਰਕੇ ਨਹੀਂ ਪੜ੍ਹਦੇ ਕਿ ਅਸੀਂ ਕੋਈ ਇਤਿਹਾਸ ਦੇ ਬਾਰੇ ਜਾਣਨਾ ਚਾਹੁੰਦੇ ਹਾਂ। ਪਰਮੇਸ਼ਵਰ ਦਾ ਵਚਨ ਕੀ ਹੈ? ਜ਼ਿੰਦਾ ਪਰਮੇਸ਼ਵਰ ਦਾ ਵਚਨ ਹੈ, ਜ਼ਿੰਦਾ ਹੈ, ਦੋ ਧਾਰੀ ਤਲਵਾਰ ਹੈ, ਤਾਕਤਵਰ ਹੈ। ਇਬਰਾਨੀਆਂ 4:12 ਚ ਲਿਖਿਆ ਹੈ। ਤੇ ਆਪਾਂ ਇਸ ਕਰਕੇ ਪਰਮੇਸ਼ਵਰ ਦਾ ਵਚਨ ਜਾਣਦੇ ਹਾਂ ਕਿਉਂਕਿ ਉਹ ਜ਼ਿੰਦਾ ਹੈਗਾ ਤੇ ਸਾਡੇ ਅੱਜ ਦੇ ਹਾਲਾਤ ਵਿੱਚ ਉਹ ਓਨਾ ਹੀ ਆਪਣਾ ਰੈਲੇਵੈਂਟ ਹੈਗਾ, ਓਨਾ ਹੀ ਉਹ ਆਪਣਾ ਸਹੀ ਹੈਗਾ ਜਿੰਨਾ ਮੂਸਾ ਦੇ ਟਾਈਮ ਤੇ ਸੀਗਾ, ਜਿੰਨਾ ਪ੍ਰਭੂ ਯਿਸੂ ਮਸੀਹ ਦੇ ਟਾਈਮ ਤੇ ਸੀਗਾ, ਪੌਲ ਦੇ ਟਾਈਮ ਤੇ ਸੀਗਾ। ਕਿਉਂ? ਕਿਉਂਕਿ ਪਰਮੇਸ਼ਵਰ ਦਾ ਵਚਨ ਜਿਵੇਂ ਕਹਿੰਦਾ ਹੈ ਉਹ God is the same yesterday, today and forever. His word is the same yesterday, today and forever. ਤੇ ਸਾਰਿਆਂ ਵਾਸਤੇ ਇਹੋ ਚਾਹੁੰਦੇ ਹਾਂ ਕਿ ਅਸੀਂ ਸਾਰੇ ਮਿਲ ਕੇ ਭੈਣ ਭਰਾ ਪਰਮੇਸ਼ਵਰ ਦੇ ਵਚਨ ਵਿੱਚ ਵੱਧਦੇ ਜਾਈਏ, ਤਰੱਕੀ ਕਰੀਏ। ਅਸੀਂ ਅੱਜ ਤੋਂ ਹਫ਼ਤਾ ਪਹਿਲੇ ਪਰਮੇਸ਼ਵਰ ਦੇ ਵਚਨ ਵਿੱਚ ਵਿਸ਼ਵਾਸ ਦੇ ਬਾਰੇ ਗੱਲ ਕੀਤੀ ਸੀ। What is the meaning of faith? ਫਿਰ ਹੁਣ ਅਸੀਂ ਪਰਮੇਸ਼ਵਰ ਦੇ ਵਚਨ ਵਿੱਚ ਜਿਹੜੇ ਲੋਕ ਵਿਸ਼ਵਾਸ ਦੇ ਵਿੱਚ ਮਜ਼ਬੂਤ ਰਹੇ ਉਹਨਾਂ ਦੇ ਬਾਰੇ ਪਰਮੇਸ਼ਵਰ ਦੇ ਵਚਨ ਵਿੱਚੋਂ ਹੀ ਤੁਹਾਨੂੰ ਦੱਸਦੇ ਹਾਂ, ਤਾਂ ਕਿ ਅਸੀਂ ਉਹਨਾਂ ਦੇ ਜੀਵਨ ਵਿੱਚੋਂ ਸਿੱਖ ਸਕੀਏ, ਦੇਖੀਏ ਕਿ ਜਿਹੜੇ ਤੁਹਾਡੇ ਤੇ ਮੇਰੇ ਵਰਗੇ ਹਾਰਡ ਮਾਸ ਦੇ ਇਨਸਾਨ ਸੀਗੇ ਉਹਨਾਂ ਨੇ ਕਿਵੇਂ ਅਲੱਗ-ਅਲੱਗ ਮੁਸ਼ਕਲਾਂ ਵਿੱਚ, ਅਲੱਗ-ਅਲੱਗ ਮੁਸੀਬਤਾਂ ਵਿੱਚ ਪਰਮੇਸ਼ਵਰ ਦਾ ਦਾਮਨ ਨਹੀਂ ਛੋੜਿਆ। ਕਿਉਂ? ਆਪਾਂ ਕਹਿੰਦੇ ਹਾਂ ਕਿ ਸਾਡਾ ਪਰਮੇਸ਼ਵਰ ਕੀ ਹੈ? ਹੀ ਇਜ਼ ਅ ਲਿਵਿੰਗ ਗॉड। ਵੀ ਹੈਵ ਅ ਲਿਵਿੰਗ ਹੋਪ ਇਨ ਹਿਮ। ਤੇ ਜੇ ਅਸੀਂ ਸਿਰਫ ਜ਼ਬਾਨ ਨਾਲ ਗੱਲਾਂ ਕਰਨੇ ਆ ਤੇ ਸਾਡੇ ਤੋਂ ਕੀ ਕਹਿੰਦੇ ਨੇ ਅਫਸੋਸਨਾਕ ਇਨਸਾਨ ਨਹੀਂ ਕੋਈ। ਪਰ ਜੇ ਅਸੀਂ ਪਰਮੇਸ਼ਵਰ ਦੇ ਹਰ ਵਚਨ ਤੇ ਵਿਸ਼ਵਾਸ ਕਰਦੇ ਹਾਂ ਕਿ ਉਹ ਹਰ ਇੱਕ ਵਿਸ਼ਵਾਸੀ ਵਾਸਤੇ ਖਾਸ ਤੌਰ ਤੇ ਲਿਖਿਆ ਗਿਆ ਤਾਂ ਕਿ ਅਸੀਂ ਆਪਣਾ ਜਿਹੜਾ ਜੀਵਨ ਦਾ ਰਸਤਾ ਹੈਗਾ
ਉਹ ਪਰਮੇਸ਼ਰ ਦੇ ਵਚਨ ਚੋਂ ਦੇਖੀਏ। ਅਸੀਂ ਸਭ ਤੋਂ ਪਹਿਲੇ ਦੇਖਿਆ ਸੀ ਈਨਕ ਦੇ ਬਾਰੇ, ਫਿਰ ਨੋਆ ਦੇ ਬਾਰੇ, ਫਿਰ ਅਸੀਂ ਦੇਖਿਆ ਇਬਰਾਹਿਮ ਦੇ ਬਾਰੇ, ਮੋਜ਼ਿਸ ਦੇ ਬਾਰੇ, ਕੱਲ ਅਸੀਂ ਜੇਕਬ ਦੇ ਬਾਰੇ ਦੇਖਿਆ ਸੀ। ਅੱਜ ਅਸੀਂ ਜੇਕਬ ਦੇ ਬੇਟੇ ਜੋਸਫ ਦੇ ਬਾਰੇ ਦੇਖਾਂਗੇ। ਜੋਸਫ ਦਾ ਮਤਲਬ ਹੈ ਯਹੋਵਾ ਵਿਲ ਗਿਵ ਇਨਕਰੀਜ਼, परमेश्वर की है इजाफा करेगा, तरक्की देगा। जोसेफ ਦਾ ਜਿਹੜਾ ਜੀਵਨ ਸੀਗਾ ਉਹ ਦੋ ਹਿੱਸਿਆਂ 'ਚ ਹੈਗਾ। ਉਹਦੇ ਜਨਮ, ਉਹਦਾ ਜੀਵਨ ਪੈਦਾ ਹੋਣ ਤੋਂ ਲੈ ਕੇ 17 ਸਾਲ ਤੱਕ, ਉਹਦਾ ਜੀਵਨ 17 ਸਾਲ ਤੋਂ ਲੈ ਕੇ 30 ਸਾਲ ਤੱਕ, ਤੇ ਤੀਸਰਾ ਹਿੱਸਾ ਉਹਦੇ ਜਨਮ ਦਾ ਹੈਗਾ 30 ਸਾਲ ਤੋਂ ਲੈ ਕੇ ਉਹਦੀ 110 ਸਾਲ ਦੀ ਉਮਰ ਸੀਗੀ ਜਦੋਂ ਪਰਮੇਸ਼ਵਰ ਹੀ ਸੋ ਗਿਆ। ਤੇ ਆਪਾਂ ਜੇ ਦੇਖੀਏ ਉਤਪੱਤੀ 30 ਦਾ 24 ਉਹਦੇ ਦੱਸਦਾ ਹੈ ਕਿ ਜਦੋਂ ਜੇਕਬ ਅਜੇ ਆਪਣੇ ਮਾਮੇ ਦੇ ਘਰ ਲਬਾਨ ਦੇ ਘਰ ਹੀ ਸੀਗਾ, ਉੱਥੇ ਹੀ ਉਹਦਾ ਜਨਮ ਹੋਇਆ। ਉਸ ਤੋਂ ਬਾਅਦ ਜੇਕਬ ਜਿਹੜਾ ਸੀਗਾ ਆਪਣੇ ਪਰਿਵਾਰ ਨੂੰ ਲੈ ਕੇ ਤੇ ਜਿੱਥੇ ਉਹਦੇ ਮਾਪਿਓ ਸੀਗੇ ਉੱਥੇ ਆ ਗਿਆ। ਹੁਣ ਜੇਕਬ ਦੇ ਜੀਵਨ ਵਿੱਚ ਕੀ ਹੈ ਕਿ ਪਰਮੇਸ਼ਵਰ ਦਾ ਜਿਹੜਾ ਕੰਮ ਹੈਗਾ ਉਹ ਇੱਕ ਸਲੋ ਮੋਸ਼ਨ ਵਿੱਚ ਕੰਮ ਕਰਦਾ ਹੈ, ਕਿਉਂਕਿ ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ 17 ਸਾਲ ਤੋਂ ਲੈ ਕੇ 30 ਸਾਲ ਤੱਕ ਜਿਹੜੀ ਉਹਦੀ ਉਮਰ ਸੀਗੀ, ਉਹਦੇ 'ਚ ਉਹਨੇ ਸਿਰਫ ਤੇ ਸਿਰਫ ਸਖਤ ਹਾਲਾਤ ਦੇਖੇ। ਪਹਿਲੇ ਉਹ ਵੇਚਿਆ ਗਿਆ ਆਪਣੇ, ਉਹਦੇ ਜਿਹੜੇ ਬ੍ਰਦਰ ਸੀਗੇ, ਜਿਹੜੇ ਉਹਦੇ ਆਪਣਾ ਭਾਈ ਸੀਗੇ, ਜਿਹੜੇ ਉਹਨਾਂ ਜਿਨ੍ਹਾਂ ਨੂੰ ਆਪਣੇ ਛੋਟੇ ਭਰਾ ਦੀ ਦੇਖਭਾਲ ਕਰਨੀ ਚਾਹੀਦੀ ਸੀ, ਉਹਨਾਂ ਨੇ ਜਲਨ ਕਰਕੇ ਉਹਨੂੰ ਇਸਮਾਈਲੀਆਂ ਦੇ ਹੱਥ ਵਿੱਚ ਦਿੱਤਾ। ਅਸੀਂ ਦੇਖਦੇ ਹਾਂ ਕਿ ਜਿਹੜਾ ਜੋਸਫ ਸੀਗਾ ਉਹ ਆਪਣੇ ਬਾਪ ਦੇ ਬੁਢਾਪੇ ਦੀ ਔਲਾਦ ਸੀ। ਮੇਰੇ ਖਿਆਲ ਉਸ ਤੋਂ ਬਾਅਦ ਸਿਰਫ ਬੈਂਜਾਮਿਨ ਪੈਦਾ ਹੋਇਆ ਸੀ। ਤੇ ਜੋਸਫ ਨੂੰ ਉਹਦਾ ਫਾਦਰ ਜੇਕਬ, ਜਿਹਦਾ ਨਾਮ ਇਜ਼ਰਾਈਲ ਰੱਖਿਆ ਪਰਮੇਸ਼ਵਰ ਨੇ ਬਾਅਦ ਵਿੱਚ, ਉਹ ਬਹੁਤ ਪ੍ਰੇਮ ਕਰਦਾ ਸੀ, ਬਹੁਤ ਪਿਆਰ ਕਰਦਾ ਸੀ, ਛੋਟਾ ਬੇਟਾ ਹੋਣ ਦੇ ਨਾਤੇ। ਤੇ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਜੈਨੇਸਿਸ ਦੇ 37 ਦੇ 3 ਵਿੱਚ ਕਿ ਉਹਦੇ ਫਾਦਰ ਨੇ ਉਹਨੂੰ ਇੱਕ ਮਲਟੀ ਕਲਰ ਕੋਡ ਦਿੱਤਾ ਆਪਣਾ ਪਿਆਰ ਜ਼ਾਹਰ ਕਰਨ ਵਾਸਤੇ। ਉਸ ਕਰਕੇ ਉਹਦੇ ਜਿਹੜੇ ਬਾਕੀ ਦੇ ਬ੍ਰਦਰ ਸੀਗੇ ਉਹਦੇ ਤੋਂ ਜਲਨ ਰੱਖਦੇ ਸੀ ਕਿ ਸਾਡਾ ਜਿਹੜਾ ਬਾਪ ਹੈਗਾ ਉਹ ਜੋਸਫ ਨਾਲ ਜ਼ਿਆਦਾ ਪਿਆਰ ਕਰਦਾ ਹੈ। ਫਿਰ ਜੋਸਫ ਨੇ ਨੂੰ ਸੁਪਨਾ ਆਇਆ, ਜਿੰਨੇ ਚੋਂ ਪਹਿਲੇ ਦੇਖਦਾ ਹੈ ਵੀ ਜਿਹੜੇ ਸਾਰੇ ਉਹਦੇ ਭਰਾ ਨੇ ਉਹ ਉਹਦੇ ਅੱਗੇ ਝੁਕੇ ਹੋਏ ਨੇ। ਫਿਰ ਦੇਖਦਾ ਹੈ ਕਿ ਉਹਦੇ ਮਾਂ ਪਿਓ ਤੇ ਉਹਦੇ ਸਾਰੇ ਭਰਾ ਸਾਰੇ ਮਿਲ ਕੇ ਉਹਦੇ ਸਾਹਮਣੇ ਨਤਮਸਤਕ ਹੋ ਰਹੇ ਨੇ। ਇੱਕ ਸਿੰਬੋਲਿਕ ਉਹਨੂੰ ਸੁਪਨਾ ਆਇਆ। ਜਦੋਂ ਉਹਨੇ ਸੁਪਨਾ ਆਪਣੇ ਪਰਿਵਾਰ ਵਿੱਚ ਸਾਂਝਾ ਕੀਤਾ ਤੇ ਉਹਦੇ ਜਿਹੜੇ ਬ੍ਰਦਰ ਸੀਗੇ ਉਹਨਾਂ ਦੀ ਜਿਹੜੀ ਜਲਨ ਸੀ ਉਹ ਹੋਰ ਜ਼ਿਆਦਾ ਵੱਧ ਗਈ। ਇਸ ਕਰਕੇ ਕਈ ਵਾਰੀ ਜਿਹੜੇ ਸਾਨੂੰ ਜਿਹੜੇ ਦਰਸ਼ਨ ਮਿਲਦੇ ਨੇ, ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕਦਮ ਕੀ ਕਹਿੰਦੇ ਨੇ ਬਹੁਤ ਜ਼ਿਆਦਾ ਐਕਸਾਈਟ ਹੋ ਕੇ ਉਹਨਾਂ ਨੂੰ ਸਾਰਿਆਂ ਤੱਕ ਲੈਂਦੇ ਜਾਈਏ। ਪਰਮੇਸ਼ਵਰ ਨੇ ਸਾਨੂੰ ਬੁੱਧੀ ਦਾ ਆਤਮਾ ਦਿੱਤਾ ਹੈ। ਜੋ ਵੀ ਚੀਜ਼ ਅਸੀਂ ਮੂੰਹ ਨਿਕਾਲੀਏ, ਸਾਨੂੰ ਚਾਹੀਦਾ ਕਿ ਅਸੀਂ ਉਹਨੂੰ ਪੂਰੀ ਸੋਚ ਸਮਝ ਦੇ ਨਾਲ ਮੂੰਹ ਨਿਕਾਲੀਏ। ਸਭ ਤੋਂ ਪਹਿਲੇ ਆਪਾਂ ਦੇਖਦੇ ਹਾਂ ਕਿ ਜਿਵੇਂ ਜੋ ਮੈਂ ਤੁਹਾਨੂੰ ਕਿਹਾ 17 ਟਾਈਮਲਾਈਨ ਦੱਸੀ ਹੈ, 17 ਸਾਲ, 30 ਸਾਲ ਤੇ 110 ਸਾਲ। ਪਰਮੇਸ਼ਰ ਦਾ ਵਚਨ ਉਹਦੇ ਬਾਰੇ ਕੀ ਕਹਿੰਦਾ ਹੈਗਾ? ਸਭ ਤੋਂ ਪਹਿਲੇ ਤੁਸੀਂ ਪਲੀਜ਼ ਮੇਰੇ ਨਾਲ ਪੜ੍ਹ ਦਿਓ ਜੈਨੇਸਿਸ 37 ਦਾ 2, 37:2। याकूब के वंश का वृतांत ये है। यूसुफ 17 वर्ष का होकर
अपने भाइयों के संग भेड़ बकरियों को चराता था। ਬਸ ਤੇ ਇਹ ਪਰਮੇਸ਼ਰ ਦਾ ਵਚਨ ਦੱਸ ਰਿਹਾ ਹੈ ਕਿ ਜਦੋਂ ਜੋਸਫ 17 ਸਾਲ ਦਾ ਹੋਇਆ ਉਦੋਂ ਭੇਡ ਬੱਕਰੀਆਂ ਚਰਾਉਂਦਾ ਸੀ ਆਪਣਾ ਭਰਾਵਾਂ ਦੇ ਨਾਲ। ਤੇ ਆਪਾਂ ਫਿਰ ਸਾਰੇ ਜਾਣਦੇ ਆ ਕਿ ਉਹਨੂੰ ਕੀ ਕਹਿੰਦੇ ਨੇ, ਉਹਦੇ ਭਰਾਵਾਂ ਨੇ ਇਸਮਾਈਲੀਆ ਨੂੰ ਵੇਚਤਾ ਤੇ ਇੱਕ ਜਾਨਵਰ ਨੂੰ ਮਾਰ ਕੇ ਉਹਦਾ ਜਿਹੜਾ ਮਲਟੀ ਕਲਰ ਕੋਟ ਸੀਗਾ ਉਹਦੇ ਤੇ ਜਾਨਵਰ ਦਾ ਖੂਨ ਲਗਾ ਕੇ ਆਪਣੇ ਫਾਦਰ ਨੂੰ ਦਿਖਾਤਾ ਕਿ ਮਰ ਗਿਆ। ਤੇ ਅਸੀਂ ਦੇਖਦੇ ਆ ਕਿ 37 ਦਾ 36 ਪੜੋ। इस बीच मिद्यानियों ने यूसुफ को मिस्र में ले जाकर पोतीपर नामक फिरौन के एक हाकिम और अंगरक्षकों के प्रधान के हाथ बेच डाला। ਤੇ ਅਸੀਂ ਕੀ ਦੇਖਦੇ ਹਾਂ ਕਿ ਜਿਹੜਾ ਜੋਸਫ ਸੀਗਾ ਉਹਨੂੰ ਜਿਹੜੇ ਆਪਣਾ ਉਹ ਜਿਨ੍ਹਾਂ ਨੇ ਖਰੀਦਿਆ ਸੀ ਉਹਦੇ ਭਰਾਵਾਂ ਤੋਂ ਉਹਨੇ ਲਿਜਾ ਕੇ ਮਿਸਰ ਵਿੱਚ ਇੱਕ ਜਿਹੜਾ ਫੌਜ ਦਾ ਸਿਪਾਹੀ ਸੀਗਾ ਆਪਣਾ ਇਜਿਪਟ ਦੇ ਰਾਜਾ ਦਾ ਉਹਦੇ ਹੱਥ ਵੇਚਤਾ। ਹੁਣ ਦੇਖੋ ਕਿ ਇੱਕ 17 ਸਾਲ ਦਾ ਬੱਚਾ ਪਹਿਲੇ ਉਹਦੇ ਕੀ ਕਹਿੰਦੇ ਨੇ ਉਹਦੇ ਭਰਾ ਉਹਦੇ ਨਾਲ ਜਲਨ ਕਰਦੇ ਸੀ, ਫਿਰ ਭਰਾਵਾਂ ਨੇ ਉਹਨੂੰ ਮਾਰ ਕੇ ਗੱਡੇ ਸਿੱਟਣ ਦੀ ਕੋਸ਼ਿਸ਼ ਕੀਤੀ, ਫਿਰ ਉਹਨੂੰ ਵੇਚਤਾ ਤੇ ਉਹਨਾਂ ਕਿੱਥੇ ਜਾ ਕੇ ਰੁਕਿਆ, ਉਹ ਇੱਕ ਪਰਾਏ ਦੇਸ਼ ਚਲਾ ਗਿਆ। ਹੁਣ ਇਸ ਅੱਜ ਜਿਹੜਾ ਆਪਾਂ ਸਿੱਖ ਰਹੇ ਹਾਂ ਉਹ ਸਿਰਫ ਸਟੋਰੀ ਨਹੀਂ ਹੈ, ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਕੀ ਟਾਈਮ ਲਾਈਨ ਹੈ, ਕਿੰਨੇ ਸਾਲ ਲੱਗੇ ਉਹਨੂੰ ਪਰਮੇਸ਼ਵਰ ਦੇ ਵਿਸ਼ਵਾਸ ਵਿੱਚ ਕਾਇਮ ਰਹਿਣ ਵਿੱਚ। ਜਿਵੇਂ ਅਸੀਂ ਈਨਕ ਦੇ ਬਾਰੇ ਦੇਖਿਆ ਸੀ ਕਿ ਈਨਕ 365 ਸਾਲ ਦਾ ਸੀ ਤੇ 300 ਸਾਲ ਉਹ ਪਰਮੇਸ਼ਵਰ ਨਾਲ ਚੱਲਦਾ ਰਿਹਾ ਤੇ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ, ਹੀ ਵਾਸ ਨਾਟ देयर ਬਿਕਾਜ਼ ਗॉड ਟੁਕ ਹਿਮ। ਹੁਣ ਅਸੀਂ ਆਮ ਤੌਰ ਤੇ ਕਈ ਵਾਰ ਕੀ ਹੁੰਦਾ, ਇੱਕ ਅੱਧੇ ਦਿਨ ਵਿੱਚ ਆਪਣੇ ਹਾਲਾਤਾਂ ਤੋਂ ਘਬਰਾ ਜਾਂਦੇ ਆ। ਅਸੀਂ ਉਦੋਂ ਹੀ ਘਬਰਾਵਾਂਗੇ ਜਦੋਂ ਸਾਡੀ ਜਿਹੜੀ ਉਮੀਦ ਹੈਗੀ ਉਹ ਨਾ ਉਮੀਦ ਹੋਏਗੀ। ਜਿਸ ਤੱਕ ਸਾਡੀ ਉਮੀਦ ਜ਼ਿੰਦਾ ਪਰਮੇਸ਼ਵਰ ਦੀ ਜ਼ਿੰਦਾ ਉਮੀਦ ਹੀ ਹੈਗੀ ਹੈ, ਕਿਉਂ ਪਰਮੇਸ਼ਵਰ ਦਾ ਵਚਨ ਦੀ ਗਵਾਹੀ ਦਿੰਦਾ ਹੈ ਕਿ ਨਵੇਂ ਨਿਯਮ ਵਿੱਚ ਕਹਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੇ ਲਿਵਿੰਗ ਹੋਪ ਨੇ। He is our living God because he rose from the dead। ਤੇ ਜੇ ਅਸੀਂ ਬਾਈਬਲ ਨੂੰ ਉਸ ਤਰ੍ਹਾਂ ਸਮਝਾਂਗੇ ਜਿਸ ਤਰ੍ਹਾਂ ਬਾਈਬਲ ਲਿਖੀ ਹੈ ਤੇ ਸਾਡੇ ਜੀਵਨ ਵਿੱਚ ਕਦੀ ਕੋਈ ਚਿੰਤਾ, ਪਰੇਸ਼ਾਨੀ, ਡਰ, ਭੈ ਦੀ ਕੋਈ ਸਮੱਸਿਆ ਨਹੀਂ ਹੋ ਸਕਦੀ। ਪਰ ਜਦੋਂ ਸਾਡੀ ਨਜ਼ਰ ਪਰਮੇਸ਼ਵਰ ਦੀ ਆਪਣਾ ਜਿਹੜੀ ਮੌਜੂਦਗੀ ਹੈਗੀ ਹੈ, ਜਿਹੜੇ ਪਰਮੇਸ਼ਵਰ ਦੇ ਵਾਅਦੇ ਹੈਗੇ ਨੇ, ਜਿਹੜੇ ਹਾਂ ਤੇ ਆਮੀਨ ਹੀ ਹੈਗੇ ਨੇ, ਜਦੋਂ ਸਾਡੀ ਨਜ਼ਰ ਉਹਨਾਂ ਤੋਂ ਹਟ ਜਾਂਦੀ ਹੈ ਫਿਰ ਜ਼ਰੂਰ ਜਿਹੜਾ ਹੁੰਦਾ ਸਾਡਾ ਕੀ ਹੈ, ਜ਼ਿੰਦਗੀ ਵਿੱਚ ਅੰਧਕਾਰ ਹੋ ਜਾਂਦਾ ਹੈ, ਡਰ ਹੋ ਜਾਂਦਾ ਹੈ, ਚਿੰਤਾ ਹੋ ਜਾਂਦੀ ਹੈ, ਪਰੇਸ਼ਾਨੀ ਹੋ ਜਾਂਦੀ ਹੈ। ਅਸੀਂ ਇੱਧਰ ਉੱਧਰ ਭਜਦੇ ਫਿਰਦੇ ਹਾਂ। ਅੱਜ ਉਹਦੇ ਕੋਲ ਜਾ ਕੇ ਪ੍ਰਾਰਥਨਾ ਕਰਾਈ, ਕੱਲ ਉਹਦੇ ਕੋਲ ਜਾ ਕੇ ਪ੍ਰਾਰਥਨਾ ਕਰਾਈ। ਜਿੰਨੇ ਪ੍ਰਾਰਥਨਾ ਜਵਾਬ ਦੇਣਾ ਅਸੀਂ ਉਹਦੇ ਵੱਲ ਨਹੀਂ ਵੇਖਦੇ। ਜੇ ਅਸੀਂ ਉਹਦੇ ਵੱਲ ਵੇਖੀਏ ਜਿਹੜਾ ਕਿ ਸਾਡੀ ਜ਼ਿੰਦਾ ਉਮੀਦ ਹੈ ਤੇ ਸਾਨੂੰ ਕੀ ਹੈ, ਕਿਧਰੇ ਭਜਨ ਦੱਸਣ ਦੀ ਲੋੜ ਨਹੀਂ ਹੈਗੀ। ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ, ਜਿਵੇਂ ਸਾਮ ਵਿੱਚ ਲਿਖਿਆ ਕਿ ਮੇਰੇ ਪੈਰਾਂ ਦਾ ਚਿਰਾਗ ਤੇ ਮੇਰੇ ਰਸਤੇ ਦੀ ਰੋਸ਼ਨੀ ਹੈਗਾ। ਐਸ ਕਰਕੇ ਪਰ ਕੀ ਹੁੰਦਾ ਹੈ ਕਿ ਪਰਮੇਸ਼ਵਰ, ਜਿਵੇਂ ਆਪਾਂ ਦੇਖਦੇ ਹਾਂ ਨਾ ਕਈ ਵਾਰੀ ਜਦੋਂ ਬੱਦਲ ਹੁੰਦੇ ਨੇ ਤੇ ਬੱਦਲਾਂ ਵਿੱਚੋਂ ਸੂਰਜ ਨਜ਼ਰ ਆਉਂਦਾ ਹੈ, ਫਿਰ ਸੂਰਜ ਛਿਪ ਜਾਂਦਾ ਹੈ, ਫਿਰ ਨਜ਼ਰ ਆਉਂਦਾ ਹੈ, ਫਿਰ ਛਿਪ ਜਾਂਦਾ ਹੈ। ਉਸ ਤਰ੍ਹਾਂ ਪਰਮੇਸ਼ਵਰ ਵੀ ਬਾਰ-ਬਾਰ ਆਪਣੀ ਮੌਜੂਦਗੀ ਸਾਡੇ ਜੀਵਨ ਦਿਖਾਉਂਦੇ ਨੇ। ਆਪਾਂ ਨਾ ਕਿ ਸਿਰਫ ਸਾਨੂੰ ਦਿਖਾਉਂਦੇ ਨੇ, ਪਰ ਜਿੱਥੇ ਅਸੀਂ ਹੈਗੇ ਆ ਸਾਡੇ ਆਸ-ਪਾਸ ਦੇ ਲੋਕ ਵੀ ਦੇਖਦੇ ਨੇ ਕਿ ਪਰਮੇਸ਼ਵਰ ਦੀ ਮੌਜੂਦਗੀ ਸਾਡੇ ਜੀਵਨ ਵਿੱਚ ਹੈਗੀ ਹੈ। ਉਹੀ ਪੋਟੀਫਰ ਦੇ ਕੇਸ ਵਿੱਚ ਹੋਇਆ। ਪੋਟੀਫਰ ਨੇ ਕੀ ਦੇਖਿਆ, 39 ਦਾ 2 ਤੇ 3 ਪੜ੍ਹ ਦਿਓ। यूसुफ अपने मिस्री स्वामी के घर में रहता था और यहोवा उसके संग था, इसलिए वह भाग्यवान पुरुष हो गया। और यूसुफ के स्वामी ने देखा कि यहोवा उसके संग रहता है और जो काम वह करता है उसको यहोवा उसके हाथ से सफल करता है। आमीन। ना कि जोसफ ਨੂੰ ਪਤਾ ਸੀ ਕਿ ਪਰਮੇਸ਼ਵਰ ਨੇ ਜੀਵਨ ਵਿੱਚ ਹੈਗਾ, ਪਰ ਜਿਹੜਾ ਮਿਸਰੀ ਮਾਲਕ ਸੀਗਾ ਹੁੰਦਾ
ਜਿਹੜਾ ਕਿ ਪੇਗਨ ਸੀਗਾ, ਜਿਹੜਾ ਕਿ ਮੂਰਤੀ ਪੂਜਕ ਸੀਗਾ। ਮਿਸਰ ਸਾਰੇ ਮੂਰਤੀ ਪੂਜਕ ਦੇਸ਼ ਸੀਗਾ। ਜਿਹੜਾ ਬੰਦਾ ਯਹੋਵਾ ਪਰਮੇਸ਼ਰ ਨੂੰ ਨਾ ਮੰਨਣ ਵਾਲਾ ਸੀ, ਉਹਨੂੰ ਵੀ ਜੋਸਫ ਦੇ ਜੀਵਨ ਤੋਂ ਦੇਖ ਕੇ ਵਿਸ਼ਵਾਸ ਹੋਇਆ ਕਿ ਇਹਦੇ ਨਾਲ ਇਹਦਾ ਪਰਮੇਸ਼ਵਰ ਹੈਗਾ। ਕਿਉਂ ਹੈਗਾ? ਕਿਉਂਕਿ ਇਹ ਜੋ ਕੁਝ ਕਰਦਾ ਹੈ, ਭਾਵੇਂ ਨੌਕਰ ਹੈਗਾ ਇੱਥੇ, ਪਰ ਜੋ ਕੁਝ ਕਰਦਾ ਉਹਦੇ ਵਿੱਚ ਸਫਲ ਹੁੰਦਾ ਹੈ। ਫਿਰ ਜਿਵੇਂ ਮੈਂ ਕਿਹਾ ਨਾ, ਧੁੱਪ ਤੇ ਛਾਂ ਦਾ ਕੀ ਕਹਿੰਦੇ ਨੇ, ਖੇਲ ਚੱਲਿਆ ਸਾਰੇ ਉਹਦੇ ਜੀਵਨ ਵਿੱਚ। ਇੱਕ ਤਰਫ ਦਾ ਪੋਟੀਫਰ ਨੇ ਦੇਖਿਆ ਕਿ ਪਰਮੇਸ਼ਵਰ ਦਾ ਹੱਥ ਉਹਦੇ ਉੱਤੇ ਹੈਗਾ, ਪਰ ਪੋਟੀਫਰ ਦੀ ਜਿਹੜੀ ਵਾਈਫ ਸੀ, ਉਹਨੇ ਕੀ ਦੇਖਿਆ? ਉਹਨੇ ਉਹਦੇ ਇੱਕ ਜਵਾਨ ਦੇਖਿਆ ਤੇ ਉਹਦੇ ਨਾਲ ਆਪਣੀ ਹਵਸ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਕਿਉਂ? ਕਿਉਂਕਿ ਪਰਮੇਸ਼ਵਰ ਨਾਲ ਚੱਲਣ ਵਾਲਾ ਸੀਗਾ ਜੋਸਫ। ਉਹਨੇ ਉਹਨੂੰ ਨਕਾਰਤਾ। ਉਹਨੇ ਕਿਹਾ ਕਿ ਜੇ ਤੇਰੇ ਪਤੀ ਨੇ ਇਹ ਸਾਰੇ ਘਰ ਦਾ ਅਧਿਕਾਰ ਮੇਰੇ ਤੇ ਐਸ ਕਰਕੇ ਨਹੀਂ ਦਿੱਤਾ ਕਿ ਮੈਂ ਉਹਦੀ ਪਿੱਠੀ ਛੁਰਾ ਮਾਰਾਂ, ਉਹਦੀ ਪਤਨੀ ਦੇ ਨਾਲ ਮੈਂ ਵਿਆਭਿਚਾਰ ਕਰਾਂ। ਤੇ ਜਦੋਂ ਉਹਨੇ ਇਸ ਤਰ੍ਹਾਂ ਕੀਤਾ ਤੇ ਫੇਰ ਕੀ ਹੋਇਆ? ਇੱਕ ਵਾਰੀ ਫੇਰ ਉਹਦੇ ਜੀਵਨ ਵਿੱਚ ਕਾਲੇ ਬੱਦਲ ਆ ਗਏ। ਉਹਨੇ ਸ਼ੋਰ ਪਾਤਾ ਕਿ ਇਹਦੇ ਨਾਲ ਮੇਰੇ ਨਾਲ ਇਹਨੇ ਨਜਾਇਜ਼ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਪੋਟੀਫਰ ਨੇ ਆ ਕੇ ਉਹਨੂੰ, ਜੋਸਫ ਨੂੰ ਜੇਲ੍ਹ ਵਿੱਚ ਪਾਤਾ। ਹੁਣ ਕੀ ਕਹਿੰਦੇ ਨੇ ਕਿ ਜੇ ਤੁਸੀਂ ਮੰਨ ਲਓ ਕਿ ਸੋਨੇ ਦੀ ਮੁੰਦਰੀ ਪਾਈ ਹੈ, ਜਿੰਨੇ ਤੇ ਮਿੱਟੀ ਘੱਟਾ ਲੱਗ ਜਾਵੇ, ਕਾਈ ਲੱਗ ਜਾਵੇ, ਪਰ ਰਹੇਗੀ ਤਾਂ ਸੋਨੇ ਦੀ ਮੁੰਦਰੀ। ਜਿਹੜੇ ਪਰਮੇਸ਼ਵਰ ਦੇ ਜਨ ਨੇ, ਭਾਵੇਂ ਜੇ ਪਰੇਸ਼ਾਨੀ ਚ ਹੋਣ, ਪਰ ਰਹਿਣਗੇ ਪਰਮੇਸ਼ਵਰ ਦੇ ਜਨ ਨਹੀਂ। ਪਰਮੇਸ਼ਵਰ ਦੇ ਜਨ ਹੋਣ ਤੋਂ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਤੇ ਜਿਵੇਂ ਪੋਟੀਫਰ ਨੇ ਦੇਖਿਆ ਕਿ ਉਹਦੇ ਤੇ ਪਰਮੇਸ਼ਵਰ ਦਾ ਹੱਥ ਹੈਗਾ, ਜੇਲਰ ਨੇ ਵੀ ਦੇਖਿਆ ਕਿ ਉਹਦੇ ਤੇ ਪਰਮੇਸ਼ਵਰ ਦਾ ਹੱਥ ਹੈਗਾ। ਆਪਾਂ ਦੇਖਾਂਗੇ ਇਹਦੇ ਵਿੱਚ 39 ਦਾ 21 ਪੜ੍ਹ ਦਿਓ। 29 ਦੇ 39, 21, 23। पर यहोवा यूसुफ के संग संग रहा और उस पर करुणा की, और बंदी गृह के दरोगा के अनुग्रह की दृष्टि उस पर हुई। यूसुफ के वश में जो कुछ था, उसमें से बंदी गृह के दरोगा को कोई भी वस्तु देखनी ना पड़ती थी, क्योंकि यहोवा यूसुफ के साथ था, और जो कुछ वह करता था, यहोवा उसको उसमें सफलता देता था। जो कुछ यहोवा जोसफ करता था, यहोवा उसमें उनको सफल देता था। ਤੇ ਜਦੋਂ 17 ਸਾਲ ਦਾ ਆਪਣਾ, ਜਦੋਂ ਉਹਨੂੰ ਕੀ ਕਹਿੰਦੇ ਨੇ, ਇਸਮਾਈਲ ਨੂੰ ਵੇਚਤਾ ਗਿਆ, ਉਦੋਂ ਵੀ ਉਹੀ ਜੋਸਫ ਸੀ, ਪਰ ਉਹਨੇ ਪਰਮੇਸ਼ਵਰ ਦਾ ਹੱਥ ਨਹੀਂ ਛੋੜਿਆ। ਜਦੋਂ ਪੋਟੀਫਰ ਦੇ ਘਰ ਗਿਆ, ਉਹਨੇ ਵੀ ਦੇਖਿਆ ਕਿ ਪਰਮੇਸ਼ਵਰ ਹੱਥ ਉਹਦੇ ਉੱਤੇ ਹੈਗਾ। ਜਦੋਂ ਉਹਦੇ ਉੱਤੇ ਆਪਣਾ ਕਾਲੇ ਬੱਦਲ ਛਾਏ, ਜਦੋਂ ਉਹਦੀ ਵਾਈਫ ਨੇ ਉਹਦੇ ਤੇ ਇਲਜ਼ਾਮ ਲਗਾਇਆ, ਉਹਨੂੰ ਜੇਲ੍ਹ ਹੀ ਪਾਤਾ ਗਿਆ, ਉੱਥੇ ਵੀ ਕੀ ਹੋਇਆ? ਪਰਮੇਸ਼ਵਰ ਉਹਦੇ ਨਾਲ ਸੀ। ਤੇ ਕਦੀ ਵੀ ਪਰਮੇਸ਼ਵਰ ਦਾ ਵਾਅਦਾ ਹੈਗਾ, ਪਰਮੇਸ਼ਵਰ ਕਦੀ ਵੀ ਸਾਨੂੰ ਛੋੜਦਾ ਨਹੀਂ ਹੈਗਾ। ਸਾਡੇ ਹਾਲਾਤ ਪਰਮੇਸ਼ਵਰ ਦੀ ਮੌਜੂਦਗੀ ਨਹੀਂ ਦੱਸਦੇ, ਸਾਡਾ ਦਿਲ ਪਰਮੇਸ਼ਵਰ ਦੀ ਮੌਜੂਦਗੀ ਦੱਸਦਾ। ਸਾਡਾ ਦਿਮਾਗ ਕਹੇਗਾ ਕਿ ਤੇਰੇ ਆਸ-ਪਾਸ ਦਾ ਬਿਲਕੁਲ ਸਭ ਕੁਝ ਜਿਹੜਾ ਹੈਗਾ ਉਹ ਅਸਤ ਵਿਅਸਤ ਹੈਗਾ। ਤੇਰੇ ਆਸ-ਪਾਸ ਜੋ ਕੁਝ ਹੈਗਾ ਉਹਦੇ ਵਿੱਚ ਕੀ ਪਰੇਸ਼ਾਨੀ ਹੈਗੀ ਹੈ। ਤੇਰੇ ਆਸ-ਪਾਸ ਕੀ ਹੈਗਾ? ਉਹ ਹਾਲਾਤ ਨੇ, ਜਿਹੜੇ ਹਾਲਾਤਾਂ ਵਿੱਚ ਤਾਂ ਬੰਦਾ ਕੀ ਹੁੰਦਾ, ਸੋਚਦਾ ਕਿ ਹੁਣ ਮੇਰਾ ਕੀ ਹੋਏਗਾ। ਪਰ ਇੱਕ ਮਸੀਹ ਦੇ ਹਾਲਾਤ ਕੀ ਨੇ? ਹਾਲਾਤ ਨਹੀਂ ਦੇਖ ਕੇ ਚੱਲਦਾ। ਉਹ ਕੀ ਦੇਖ ਕੇ ਚੱਲਦਾ? ਉਹ ਪਰਮੇਸ਼ਵਰ ਤੇ ਨਿਗਾਹ ਰਹਿੰਦੀ ਹੁੰਦੀ। ਜਿਵੇਂ ਪਤਰਸ ਦੀ ਨਿਗਾਹ ਜਿਸ ਤੱਕ ਯਿਸੂ ਮਸੀਹ ਤੇ ਸੀਗੀ, ਉਹ ਕੀ ਕਰਦਾ ਸੀ? ਪਾਣੀ ਤੇ ਚੱਲਦਾ ਸੀ। ਤੇ ਜਿਹੜੇ ਪਰਮੇਸ਼ਵਰ ਦੇ ਪ੍ਰਿੰਸੀਪਲ ਹੈਗੇ ਨੇ, ਸਿਧਾਂਤ ਹੈਗੇ ਨੇ, ਉਹ ਨਾ ਤਬਦੀਲ ਨੇ, ਉਹ ਕਦੀ ਵੀ ਨਹੀਂ ਬਦਲ ਸਕਦੇ। ਫਿਰ ਅਸੀਂ ਦੇਖਦੇ ਹਾਂ ਜੇਲ੍ਹ 'ਚ ਉਹਨੂੰ ਰਾਜਾ ਦੇ 2 ਵਰਕਰ ਮਿਲੇ। ਇੱਕ ਕਿਹੜਾ ਸੀਗਾ? ਰਾਜਾ ਦਾ ਕੁੱਕ ਸੀਗਾ, ਰਾਜਾ ਦਾ ਬਾਵਰਚੀ। ਦੂਜਾ ਰਾਜਾ ਦਾ ਬਟਲਰ ਸੀਗਾ, ਉਹਨੂੰ ਖਾਣਾ ਪਰੋਸਣ ਵਾਲਾ ਤੇ ਉਹਨੂੰ ਆਪਣਾ ਸ਼ਰਾਬ ਦੇਣ ਵਾਲਾ। ਉਹ ਦੋਨਾਂ ਨੂੰ ਰਾਜਾ ਨੇ, ਉਸ ਟਾਈਮ ਰਾਜਾ ਬੜੇ ਗੁੱਸੇਲ ਹੁੰਦੇ ਸੀ, ਉਹ ਛੋਟੀ ਜਿਹੀ ਗੱਲ ਤੇ ਤੁਹਾਡਾ ਸਿਰ ਉਡਾ ਦਿੰਦੇ ਸੀ। ਕੋਈ ਡੈਮੋਕ੍ਰੇਸੀ ਨਹੀਂ ਸੀ ਜਿਵੇਂ ਅੱਜ ਕੱਲ੍ਹ ਡੈਮੋਕ੍ਰੇਸੀ ਹੈ। ਉਹਨੇ ਦੋ ਆਪਣੇ ਬਟਲਰ ਨੂੰ ਤੇ ਆਪਣੇ ਕੁੱਕ ਨੂੰ ਜੇਲ੍ਹ ਹੀ ਪਾਇਆ ਹੋਇਆ ਸੀ।
ਹੁਣ ਜਦੋਂ ਉਹਨਾਂ ਨੇ ਦੋਨਾਂ ਨੂੰ ਸੁਪਨਾ ਆਇਆ, ਬਟਲਰ ਨੂੰ ਤੇ ਕੁੱਕ ਨੂੰ, ਤੇ ਉਹਨਾਂ ਨੇ ਜਾ ਕੇ ਜੋਸਫ ਨੂੰ ਦੱਸਿਆ ਵੀ ਇੱਥੇ ਜੋਸਫ ਦੇ ਸਾਰੇ ਆਪਣੇ ਪੁੱਛ-ਤੁਛ ਕਰਦੇ ਨੇ। ਤੇ ਜੋਸਫ ਨੂੰ ਉਹਨਾਂ ਨੇ ਪੁੱਛਿਆ, ਤੇ ਜੋਸਫ ਨੇ ਕੀ ਕੀਤਾ, ਉਹ ਉਹਦਾ ਕਰੈਕਟਰ ਦੱਸਦਾ ਹੈ, ਉਹਦੇ ਮਨ ਦੀ ਸੋਚ ਦੱਸਦਾ ਹੈ। 40 ਦਾ 8 ਪੜ੍ਹ ਦਿਓ। 40 चैप्टर 8 वर्स। उन्होंने उससे कहा, हम दोनों ने स्वप्न देखा है और उनके फल का बताने वाला कोई भी नहीं। यूसुफ ने उनसे कहा, क्या स्वप्नों का फल कहना परमेश्वर का काम नहीं है? मुझे अपना अपना स्वप्न बताओ। ਉਹਨੇ ਇਹ ਨਹੀਂ ਕਿਹਾ ਕਿ ਤੁਹਾਨੂੰ ਸੁਪਨਾ ਆਇਆ ਹੈਗਾ, ਮੈਂ ਤੁਹਾਨੂੰ ਸੁਪਨੇ ਜਵਾਬ ਦੇ ਦਿੰਦਾ, ਨਹੀਂ। ਉਹਨੇ ਕੀ ਕਿਹਾ, ਸੁਪਨਿਆਂ ਦਾ ਜਿਹੜਾ ਜਵਾਬ ਦੇਣਾ ਕੀ ਹੈ, ਪਰਮੇਸ਼ਵਰ ਦੇ ਹੱਥ 'ਚ ਹੈਗਾ। ਉਹਨੇ ਇਹ ਨਹੀਂ ਕਿਹਾ ਮੇਰੇ ਹੱਥ 'ਚ ਹੈਗਾ। ਪੌਲ ਜਿੰਨੀ ਵਾਰੀ ਵੀ ਮਿਸ਼ਨਰੀ ਜਰਨੀ ਤੇ ਗਿਆ, ਉਹਨੇ ਵਾਪਸ ਆ ਕੇ ਕੀ ਕਿਹਾ, ਉਹਨੇ ਕਿਧਰੇ ਨਹੀਂ ਕਿਹਾ ਕਿ ਮੈਂ ਉੱਥੇ ਗਿਆ ਸੀ ਤੇ ਮੈਂ ਫਲਾਣਾ ਕੰਮ ਕੀਤਾ। ਉਹ ਕਹਿੰਦਾ ਪਰਮੇਸ਼ਵਰ ਨੇ ਇਸ ਤਰ੍ਹਾਂ ਕੀਤਾ, ਪਰਮੇਸ਼ਵਰ ਨੇ ਇਸ ਤਰ੍ਹਾਂ ਕੀਤਾ। ਜੇ ਤੁਸੀਂ ਕਿਸੇ ਵਾਸਤੇ ਪ੍ਰਾਰਥਨਾ ਕਰਦੇ ਹੋ, ਉਹਨੂੰ ਚੰਗਾਈ ਪ੍ਰਾਪਤ ਹੁੰਦੀ ਹੈ। ਆਪਾਂ ਕੀ ਕਹਿੰਦੇ, ਪਰਮੇਸ਼ਵਰ ਨੇ ਚੰਗਾਈ ਦਿੱਤੀ। ਇਹ ਨਹੀਂ ਕਿ ਮੈਂ ਪ੍ਰਾਰਥਨਾ ਕੀਤੀ ਤੇ ਉਹ ਠੀਕ ਹੋ ਗਿਆ। ਸਾਡਾ ਕੀ ਹੈ, ਸਾਡਾ ਵਜੂਦ ਕੀ ਹੈ, ਤਰਾਜੂ ਤੇ ਕਣ ਦੇ ਬਰਾਬਰ ਹੈ। ਵੀ ਆਰ ਡਸਟ ਔਨ ਦਾ ਬੈਲੈਂਸ, ਬਟ ਫਿਰ ਵੀ ਅਸੀਂ ਉਹ ਵਾਲੀ ਡਸਟ ਹੈਗੇ, ਉਹ ਵਾਲਾ ਕਣ ਹੈਗੇ ਆ ਜਿੰਨੀ ਚਿੰਤਾ ਆਲਮਾਈਟੀ ਗਾਡ ਹਰ ਪਲ ਕਰਦਾ ਹੈ। ਜਿੰਨੇ ਵਾਸਤੇ ਉਹਨਾਂ ਨੇ ਆਪਣਾ ਇਕਲੌਤਾ ਪੁੱਤਰ ਭੇਜਿਆ ਸਰੀਰ ਦੀ ਮੌਤ ਵਾਸਤੇ, ਅਸੀਂ ਉਹ ਕਣ ਹੈਗੇ ਆ, ਅਸੀਂ ਉਹ ਕੀਮਤੀ ਕਣ ਹੈਗੇ ਆ ਜਿਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਦੂਸਰੀ ਆਮਦ ਵਿੱਚ ਆਪਣੇ ਨਾਲ ਲੈਣ ਵਾਸਤੇ ਆਉਣਾ। ਤੇ ਚਲੋ ਜੋਸਫ ਦਾ ਅੱਗੇ ਦੇਖਦੇ ਗਏ ਆ ਕਿ ਜੋਸਫ ਨੇ ਉਹਨੂੰ ਦੱਸਿਆ, ਇੱਕ ਨੂੰ ਦੱਸਿਆ ਵੀ ਤੂੰ ਤਾਂ ਤੀਜੇ ਦਿਨ ਤੇਰਾ ਸਿਰ ਉਡਾਤਾ ਜਾਏਗਾ, ਤੇ ਦੂਸਰੇ ਨੂੰ ਦੱਸਿਆ ਵੀ ਤੀਸਰੇ ਦਿਨ ਰਾਜਾ ਤੈਨੂੰ ਦੁਬਾਰਾ ਰੀਇਨਸਟੇਟ ਕਰ ਦੇਗਾ, ਤੈਨੂੰ ਦੁਬਾਰਾ ਬਟਲਰ ਦੀ ਨੌਕਰੀ ਰੱਖ ਲਏਗਾ। ਤੇ ਨਾਲੇ ਉਹਨੇ ਇਹ ਵੀ ਕਿਹਾ ਆਪਣਾ ਜੋਸਫ ਨੇ ਵੀ ਜਦੋਂ ਰਾਜਾ ਦੇ ਕੋਲ ਜਾਏ ਤੇ ਪਲੀਜ਼ ਮੇਰੇ ਬਾਰੇ ਗੱਲ ਕਰੀ, ਮੈਂ ਤਾਂ ਬਿਨਾ ਮਤਲਬ ਦੇ ਜੇਲ੍ਹ 'ਚ ਬੰਦ ਹਾਂ। ਪਰ ਕੀ ਹੋਇਆ, ਦੁਨਿਆਵੀ ਇਨਸਾਨ ਕੀ ਹੁੰਦਾ ਹੈ, ਉਹ ਦੁਨਿਆਵੀ ਹੁੰਦਾ ਹੈ। ਕਈਓ ਅਸੀਂ ਬਾਰ-ਬਾਰ ਕਹਿੰਦੇ ਆ ਵੀ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ ਨਵੇਂ ਨਿਯਮ ਵਿੱਚ, ਯੂ ਆਰ ਨਾਟ ਆਰਡੀਨਰੀ ਪੀਪਲ, we are the ambassadors of Almighty God, our Savior Lord Jesus Christ। ਅਸੀਂ ਪਰਮੇਸ਼ਵਰ ਦੇ ਸਵਰਗ ਦੂਤ ਹੈਗੇ ਆ। ਪਰਮੇਸ਼ਵਰ ਦਾ ਵਚਨ ਕਹਿੰਦਾ, ਇਸ ਟਾਈਮ ਵਰਸ ਨਹੀਂ ਪੜਾਂਗੇ ਆਪਾਂ ਕਿਉਂਕਿ ਆਪਾਂ ਸਮੇਂ ਦੀ ਆਪਣਾ ਜਿਹੜੀ ਲਿਮਿਟਿਡ ਟਾਈਮ ਦੇ ਹਿਸਾਬ ਨਾਲ, ਪਰ ਤੁਸੀਂ ਪੜ੍ਹ ਸਕਦੇ ਹੋ। ਪਰਮੇਸ਼ਵਰ ਦਾ ਵਚਨ ਆਪਾਂ ਨੂੰ ਆਪਣੇ ਅੰਬੈਸਡਰ ਕਹਿੰਦਾ ਹੈ, ਆਪਣੇ ਪ੍ਰਤੀਨਿਧੀ ਕਹਿੰਦਾ ਹੈ। ਉਸੇ ਤਰ੍ਹਾਂ ਪਰ ਫਿਰ ਕੀ ਹੋਇਆ, ਉਹਨੂੰ ਵਿਸ਼ਵਾਸ ਸੀ ਆਪਣਾ ਸ਼ਾਇਦ ਜੋਸਫ ਨੂੰ ਕਿ ਬਟਲਰ ਨੂੰ ਜਦੋਂ ਆਜ਼ਾਦੀ ਮਿਲ ਗਈ, ਦੁਬਾਰਾ ਰਾਜਾ ਦੀ ਨੌਕਰੀ ਚਲਾ ਗਿਆ, ਹੋ ਸਕਦਾ 1-2 ਦਿਨਾਂ ਬਾਅਦ, 3 ਦਿਨਾਂ ਬਾਅਦ, 4 ਦਿਨਾਂ ਬਾਅਦ, ਮਹੀਨੇ ਬਾਅਦ, 2 ਮਹੀਨੇ ਬਾਅਦ ਮੇਰੀ ਵਾਪਸੀ ਹੋ ਜਾਵੇ। ਪਰ ਨਹੀਂ, ਪਰਮੇਸ਼ਵਰ ਚਾਹੁੰਦਾ ਹੈ ਅਸੀਂ ਸੰਯਮ ਦੇ ਨਾਲ, ਵਿਸ਼ਵਾਸ ਦੇ ਨਾਲ। ਕੀ ਕਿਹਾ ਜੋਸ਼ੂਆ ਨੂੰ 1:8 ਵਿੱਚ, ਇੱਧਰ ਉੱਧਰ ਮਤ ਟਾਕ, ਭਟਕਣ ਦੀ ਲੋੜ ਨਹੀਂ ਹੈਗੀ। we are a man of faith, we should be man of patience, we should be a man who wait on the God according to his time। 2 ਸਾਲ ਬਾਅਦ ਜਦੋਂ ਬਟਲਰ ਆਪਣਾ ਰੀਇਨਸਟੇਟ ਹੋ ਗਿਆ, 2 ਸਾਲ ਬਾਅਦ ਫੈਰੋ ਨੂੰ ਸੁਪਨਾ ਆਇਆ। ਉਹਦੇ ਸੁਪਨੇ ਕਰਕੇ ਬਟਲਰ ਨੂੰ ਜੋਸਫ ਯਾਦ ਆਇਆ। ਇਹ ਸਭ ਕੀ ਹੈ, ਇਹ ਸਭ ਪਰਮੇਸ਼ਵਰ ਦੀ ਯੋਜਨਾ ਚੱਲ ਰਹੀ ਹੈ। ਅਸੀਂ ਕਹੀਏ ਕਿ ਅਸੀਂ ਆਪਣੇ ਜੀਵਨ ਵਿੱਚ ਕਰ ਸਕਦੇ ਹਾਂ, ਮੈਂ ਬਾਰ-ਬਾਰ ਕਹਿਣਾ ਨਹੀਂ। ਸਾਡੇ ਜੀਵਨ ਵਿੱਚ ਪਰਮੇਸ਼ਵਰ ਜੋ ਕਰੇ ਉਹ ਕਰੇ, ਪਰ ਬਹੁਤ ਘੱਟ ਪਰਸੈਂਟੇਜ ਲੋਕ ਨੇ ਜਿਹੜੇ ਇਸ ਚੀਜ਼ ਤੇ ਵਿਸ਼ਵਾਸ ਕਰਦੇ ਨੇ। ਕਿਹੜੇ ਵਿਸ਼ਵਾਸ ਕਰਦੇ ਨੇ? ਜਿਹੜੇ ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਕਰਦੇ ਨੇ। ਪਰਮੇਸ਼ਵਰ ਦਾ ਵਚਨ ਕੀ ਕਹਿੰਦਾ? ਸ਼ਰਾਪਿਤ ਹੋ ਇਨਸਾਨ ਜਿਹੜਾ ਪਰਮੇਸ਼ਵਰ ਦੇ ਵਚਨ ਚੋਂ ਇੱਕ ਬਿੰਦੂ ਜਾਂ ਇੱਕ ਕਾਮਾ ਵੀ ਘਟਾਵੇ ਜਾਂ ਵਧਾਵੇ।
ਮਤਲਬ ਆਪਾਂ ਨੂੰ ਪਰਮੇਸ਼ਵਰ ਦਾ ਵਚਨ ਉਵੇਂ ਪੜ੍ਹਨਾ ਹੈ ਇਨ ਦਾ ਵਰਡ ਐਂਡ ਸਪਿਰਿਟ। ਜਿਸ ਮਤਲਬ ਵਾਸਤੇ ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਨੇ ਲਿਖਿਆ ਹੈ, ਨਾ ਕਿ ਜਿਸ ਵਾਸਤੇ ਤੁਸੀਂ ਤੇ ਮੈਂ ਸਮਝਣਾ ਚਾਹੁੰਦੇ ਹਾਂ। ਤੇ ਆਪਾਂ ਇਹਦੇ ਦੇਖਾਂਗੇ 4 ਦਾ 11 ਪੜ੍ਹ ਦਿਓ, ਫਿਰ 4 ਦਾ 16 ਪੜ੍ਹ ਦਿਓ। ਸੌਰੀ 41 ਦਾ 11 ना 41 ਦਾ 1। पूरे 2 वर्ष बीतने पर फिरौन ने यह स्वप्न देखा कि वह नील नदी के किनारे। पूरे 2 वर्ष बीतने पर 2 वर्ष तक जोसेफ इंतजार करता रहा कि बटलर ਦਾ ਮੈਸੇਜ ਆ ਜਾਊਗਾ। ਕਿਉਂ? ਉਹਨੇ ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਕੀਤਾ, ਪੇਸ਼ੈਂਸ ਰੱਖੀ। ਤੇ ਆਪਾਂ ਸਾਰੇ ਜਾਣਦੇ ਆ ਕਿ ਜੋਸਫ ਨੇ ਫੈਰੋ ਦਾ ਜਿਹੜਾ ਕੀ ਸੀ ਆਪਣਾ ਡ੍ਰੀਮ, ਉਹਦੇ ਚ ਉਹਨੇ ਕੀ ਕਿਹਾ? ਕੌਣ ਇੰਟਰਪ੍ਰੀਟ ਕਰੇਗਾ? ਜਦੋਂ ਬੁਲਾਇਆ ਗਿਆ ਪਰਮੇਸ਼ਵਰ ਦੇ ਅੱਗੇ, ਉਦੋਂ ਨਹੀਂ ਚੇਤਾ ਆਇਆ, ਉਹ ਦੱਸ ਸਕਦਾ। 41 ਦਾ 46 ਪੜ੍ਹ ਦੇ। जब यूसुफ मिस्र के राजा फिरौन के सम्मुख खड़ा हुआ तब वह 30 वर्ष का था। वह फिरौन के सम्मुख से निकलकर सारे मिस्र देश में दौरा करने लगा। 17 ਸਾਲ ਦਾ ਸੀਗਾ ਜਦੋਂ ਆਪਣੇ ਘਰ ਤੋਂ ਆਪਣਾ ਕੈਦੀ ਬਣਾਇਆ ਗਿਆ ਸੀ, ਦਾਸ ਬਣਾਇਆ ਗਿਆ ਸੀ। 30 ਸਾਲ ਦਾ ਸੀਗਾ ਜਦੋਂ ਪਰਮੇਸ਼ਵਰ ਨੇ ਜਿੱਥੇ ਉਹਨੂੰ ਪਹੁੰਚਾਉਣਾ ਚਾਹੁੰਦਾ ਸੀ ਉੱਥੇ ਪਹੁੰਚਾਇਆ ਸੀ। 13 ਸਾਲ ਤੱਕ ਉਹ ਦੁਨੀਆ ਦੀ ਤਕਲੀਫਾਂ ਦੇ ਵਿੱਚ ਰਿਹਾ। ਕੀ ਹੁੰਦਾ ਰਿਹਾ? ਬੱਦਲ ਸੂਰਜ, ਅੰਧਕਾਰ ਰੋਸ਼ਨੀ, ਅੰਧਕਾਰ ਰੋਸ਼ਨੀ। ਪਰ ਨਾ ਤਾਂ ਅੰਧਕਾਰ ਵਿੱਚ ਪਰਮੇਸ਼ਵਰ ਉਹਨੂੰ ਛੱਡਿਆ ਸੀ, ਨਾ ਰੋਸ਼ਨੀ ਚ ਉਹਨੂੰ ਛੋੜਿਆ। ਕਿਉਂ? ਪਰਮੇਸ਼ਵਰ ਸਾਡੇ ਨਾਲ ਨਾਲ ਹੈਗਾ, ਕਿਉਂਕਿ ਉਹਦਾ ਵਾਅਦਾ ਹੈਗਾ, ਮੈਂ ਤੁਹਾਨੂੰ ਨਾ ਕਦੀ ਛੋੜਾਂਗਾ ਨਾ ਕਦੀ ਤਿਆਗਾਂਗਾ। ਇਸ ਕਰਕੇ ਸਾਡਾ ਨਾ ਤਾਂ ਆਪਣਾ ਮਾੜੇ ਹਾਲ ਦਾ ਦਿਨ ਆਪਣਾ ਅਫਸੋਸ ਦਾ ਹੈਗਾ, ਤੇ ਨਾ ਬਹੁਤ ਖੁਸ਼ੀ ਦਾ ਦਿਨ, ਬਹੁਤ ਹੀ ਖੁਸ਼ੀ ਦਾ ਹੈ। ਅਸੀਂ ਇੱਕ ਸਾਰ ਹੈਗੇ ਆ ਹਮੇਸ਼ਾ ਪਰਮੇਸ਼ਵਰ ਦੀ। ਕੀ ਹੈ? ਸਵੇਰੇ ਉੱਠ ਕੇ ਵੀ ਜੈ ਜੈਕਾਰ ਕਰਨੇ ਆ, ਦੁਪਹਿਰੀ ਵੀ ਕਰਨੇ ਆ, ਰਾਤੀ ਸੌਣ ਵਕਤ ਵੀ ਕਰਨੇ ਆ। ਜਿਹੜੇ ਮਰਜ਼ੀ ਹਾਲਾਤ ਹੋਣ, ਸਾਡੇ ਹਾਲਾਤਾਂ ਦਾ ਪਰਮੇਸ਼ਵਰ ਦੀ ਮੌਜੂਦਗੀ ਸਾਡੇ ਹੋਣ ਨਾਲ ਕੋਈ ਸੰਬੰਧ ਨਹੀਂ। ਕਿਉਂ? ਪਰਮੇਸ਼ਵਰ ਸਭ ਤੋਂ ਵੱਡਾ ਪੇਂਟਰ ਹੈ, ਸਭ ਤੋਂ ਵੱਡਾ ਚਿੱਤਰਕਾਰ ਹੈ। ਸਾਨੂੰ ਉਹਦੇ ਤੇ ਭਰੋਸਾ ਕਰਨਾ ਹੈ। ਜੇ ਭਰੋਸਾ ਕਰਾਂਗੇ ਤੇ ਕਦੀ ਅਸੀਂ ਸਾਡਾ ਜੇ ਕੋਈ ਵੀ ਰਾਤ ਹੈਗੀ ਏ ਬੇਚੈਨੀ ਦੀ ਨਹੀਂ ਹੋਏਗੀ, ਕੋਈ ਵੀ ਦਿਨ ਸਾਡਾ ਉਦਾਸੀ ਦਾ ਨਾ ਹੋਏਗਾ। ਜਿਵੇਂ ਪਸਾਮ ਵਿੱਚ ਕੀ ਕਹਿੰਦਾ ਹੈ ਕਿ ਨਾ ਤਾਂ ਦਿਨ ਦਾ ਤੀਰ ਤੈਨੂੰ ਤੰਗ ਕਰੇਗਾ, ਨਾ ਰਾਤ ਨੂੰ ਤੈਨੂੰ ਕੋਈ ਪਰੇਸ਼ਾਨ ਕਰੇਗਾ। ਕਿਉਂ? ਆਪਣਾ ਕੀ ਚਟਾਨ ਕੌਣ ਹੈ? ਸਾਡਾ ਬਚਾਉਣ ਵਾਲਾ ਸਾਡਾ ਪ੍ਰਭੂ, ਲਾਰਡ ਐਂਡ ਸੇਵੀਅਰ ਪ੍ਰਭੂ ਯਿਸੂ ਮਸੀਹ ਹੈਗੇ ਨੇ। ਤੇ ਜਦੋਂ ਬਣ ਗਿਆ, ਗਵਰਨਰ ਬਣ ਗਿਆ ਮਿਸਰ ਦਾ, ਉਦੋਂ ਉਹਨੂੰ ਕੀ ਆਇਆ? ਉਹਨੇ ਆਪਣੇ ਫਾਦਰ ਦੀ ਯਾਦ ਆਈ। ਪਹਿਲੇ ਉਹਦੇ ਬ੍ਰਦਰ ਆਏ ਉਹਦੇ ਕੋਲ ਆਪਣਾ ਭੋਜਨ, ਆਪਣਾ ਗੇਹੂੰ ਵਗੈਰਾ ਲੈਣ ਵਾਸਤੇ। ਸੋ ਲੌਂਗ ਸਟੋਰੀ ਸ਼ਾਰਟ, ਉਹਨੇ ਭਰਾਵਾਂ ਨੇ ਉਹਦਾ ਕੀਤਾ ਸੀ, ਉਹਨੇ ਉਹਦਾ ਬਦਲਾ ਨਹੀਂ ਲਿਆ। ਕਿਉਂ? ਕਿਉਂਕਿ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ? ਬਦਲਾ, ਰੱਬ ਕਹਿੰਦਾ ਬਦਲਾ ਲੈਣਾ ਮੇਰਾ ਕੰਮ ਹੈ, ਤੁਹਾਡਾ ਕੰਮ ਨਹੀਂ ਬਦਲਾ ਲੈਣ ਵਾਲਾ। ਇਸ ਕਰਕੇ ਜੇ ਤੁਹਾਡੇ ਨਾਲ ਕਿਸੇ ਨੇ ਧੱਕਾ ਕੀਤਾ ਹੈ, ਪਰਮੇਸ਼ਰ ਕੀ ਕਹਿੰਦਾ ਹੈ? अपने दुश्मनों से प्रेम करो, अपने सताने वालों के लिए प्रार्थना करो। जे ਅਸੀਂ ਪਰਮੇਸ਼ਵਰ ਦੇ ਜਨ ਹੈਗੇ ਆ, ਇਹ ਕੰਮ ਤਾਈਓ ਕਰ ਸਕਦੇ ਆ, ਨਹੀਂ ਤਾਂ ਨਹੀਂ ਕਰ ਸਕਦੇ। ਕਿਉਂਕਿ ਜੋਸਫ ਪਰਮੇਸ਼ਵਰ ਦਾ ਜਨ ਸੀਗਾ। ਉਹਨੇ ਕੀ ਕੀਤਾ? ਸਾਰੇ ਦੇ ਸਾਰੇ ਜਿਹੜੇ ਆਪਣੇ ਕੁਰਬਾ ਸੀਗਾ, ਟੋਟਲ 70 ਬੰਦੇ ਸੀਗੇ ਜਿਹੜੇ ਕਿ ਗੋਸ਼ਾਨ ਤੋਂ ਆਪਣਾ ਮਿਸਰ ਆਏ ਜੋਸਫ ਦੇ ਕੋਲ। ਉਹਨੇ ਆਪਣੇ ਮਾਂ-ਬਾਪ ਨੂੰ ਭੁੱਲਿਆ ਨਹੀਂ, ਆਪਣੇ ਭੈਣ ਭਰਾਵਾਂ ਨੂੰ ਭੁੱਲਿਆ ਨਹੀਂ। ਉਹਨਾਂ ਦੇ ਇਹ ਵੀ ਨਹੀਂ ਕੀਤਾ ਕਿ ਮੈਂ ਆਪਣੇ ਮੰਮੀ ਡੈਡੀ ਨੂੰ ਬੁਲਾ ਲਵਾਂ, ਬਾਕੀ ਸਾਰਿਆਂ ਨੂੰ ਰਹਿਣ ਦੇਵਾਂ। ਉਹਨੇ 70 ਦੇ 70 ਪੂਰਾ ਜਿਹੜਾ ਕੁਨਬਾ ਸੀਗਾ ਉਹ ਸਾਰੇ ਮਿਸਰ ਦੇਸ਼ 'ਚ ਆ ਗਏ। ਤੇ ਪਰਮੇਸ਼ਰ ਦਾ ਵਚਨ ਕੀ ਦੱਸਦਾ ਹੈਗਾ ਅੱਗੇ ਆਪਾਂ ਨੂੰ ਖਾਸ ਦੇਖਣ ਵਾਲੀ ਗੱਲ ਕੀ ਹੈ?
46 ਦਾ 29 ਪੜ੍ਹ ਦਿਓ ਪਲੀਜ਼। जोसेफ की सीगा एक सही बेटा सी अपने बाप का, अपनी बाप की इज्जत करने वाला सी। क्यों कि परमेश्वर के जो 10 हुक्म है ने उन्हें की लिखा है कि अपने माँ बाप की सेवा करो। पढ़ दो प्लीज। तब यूसुफ अपना रथ जुटवाकर अपने पिता इजराइल से भेंट करने के लिए गोशेन देश को गया और उसे भेंट करके उसके गले से लिपटा और बहुत देर तक उसके गले से लिपटा हुआ रोता रहा। ਉਹ ਭਾਵੇਂ ਗਵਰਨਰ ਬਣ ਗਿਆ ਸੀ, ਭਾਵੇਂ ਉਹਦਾ ਬਾਪ ਜਿਹੜਾ ਸੀਗਾ ਉਹ ਟੁੱਟੀ ਹੋਈ ਝੋਂਪੜੀ 'ਚ ਬੈਠਾ ਹੋਏਗਾ ਉਸ ਟਾਈਮ, ਕਿਉਂ ਅਕਾਲ ਦਾ ਟਾਈਮ ਸੀ। ਪਰ ਕੀ ਕਹਿੰਦੇ ਨੇ, ਉਹਦਾ ਆਪਣੇ ਜਿਸ ਬਾਪ ਕੋਲ ਗਿਆ, ਰੋਇਆ ਉਹਦੇ ਗਲੇ ਲੱਗ ਕੇ। ਕਿਉਂ ਕਿ ਜਿਵੇਂ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ, ਮੈਂ ਕੀ ਕਰਨਾ, ਤੁਹਾਡਾ ਪੱਥਰ ਦਾ ਦਿਲ ਨਿਕਾਲ ਕੇ ਤੁਹਾਨੂੰ ਮਾਸ ਦਾ ਦਿਲ ਦੇਣਾ। ਉਹਦੇ ਅੰਦਰ ਵੀ ਰੱਬ ਨੇ ਮਾਸ ਦਾ ਦਿਲ ਦਿੱਤਾ ਸੀ, ਤਾਂ ਹੀ ਉਹ ਆਪਣੇ ਬਾਪ ਦੇ ਗਲੇ ਰੱਖ ਕੇ ਉਹ ਰੋਇਆ। ਉਹਨੇ ਇਸ ਚੀਜ਼ ਦੀ ਚਿੰਤਾ ਨਹੀਂ ਕੀਤੀ ਕਿ ਮੈਂ ਕਿਹੜੇ ਕੱਪੜੇ ਪਾਏ ਨੇ ਤੇ ਮੇਰੇ ਫਾਦਰ ਨੇ ਕਿਹੜੇ ਪਾਏ ਨੇ, ਮੈਂ ਕਿੰਦੇ ਤੇ ਆਇਆ, ਰੱਥ ਤੇ ਆਇਆ, ਮੇਰੇ ਨਾਲ ਬਹੁਤ ਸਾਰੇ ਸਿਪਾਹੀ ਹੈਗੇ ਨੇ, ਸਿਪਾਹੀ ਕੀ ਕਹਿਣਗੇ ਕਿ ਆਪਣਾ ਕਿੰਦੇ ਗਲੇ ਲੱਗਦਾ ਪਿਆ। ਨਹੀਂ, ਉਸ ਬਾਪ ਨੇ ਉਹਨੂੰ ਜਨਮ ਦਿੱਤਾ ਸੀ, ਉਹਨੇ ਉਸ ਬਾਪ ਦੀ ਇੱਜ਼ਤ ਕੀਤੀ ਤੇ ਉਸੇ ਇੱਜ਼ਤ ਮਾਨ ਦੇ ਨਾਲ ਜੇਕਬ ਨੂੰ, ਜਿੰਦਾ ਨਾਂ ਇਜ਼ਰਾਈਲ ਪਾਇਆ ਪਰਮੇਸ਼ਵਰ ਨੇ, ਇਜਿਪਟ ਲੈ ਕੇ ਆਇਆ। ਤੇ ਇਨਸਾਨ ਨੂੰ ਕਦੀ ਆਪਣੀ ਕਿੱਥੋਂ ਚੱਲਿਆ ਉਹ ਨਹੀਂ ਭੁੱਲਣਾ ਚਾਹੀਦਾ। ਜਦੋਂ ਜੇਕਬ ਮਰਿਆ, ਉਹਨੇ ਕੀ ਆਪਣਾ ਰਿਕੁਐਸਟ ਕੀਤੀ ਹੈ ਜੋਸਫ ਨੂੰ, 50 ਦਾ 26 ਪੜ੍ਹ ਦਿਓ। ਨਹੀਂ ਸੌਰੀ, 50 ਦਾ 26 पढ़ दो। इस प्रकार यूसुफ 110 वर्ष का होकर नहीं मर नहीं, नहीं खैर एनीवे ते 48 ਦਾ 21 पढ़ दो। सॉरी 48 21 ਕਿ ਜੇਕਬ ਨੇ ਜੋਸਫ ਨੂੰ ਕੀ ਕਿਹਾ ਕਿ ਮੈਂ ਮਰ ਜਾਵਾਂ ਜੇ ਇੱਥੇ ਤੇ ਮੇਰੀ ਹੱਡੀਆਂ ਇੱਥੇ ਨਾ ਦਬਾਈ। तब इस्राएल ने यूसुफ से कहा, देख मैं तो मरने पर हूँ, परंतु परमेश्वर तुम लोगों के संग रहेगा और तुमको तुम्हारे पितरों के देश में फिर पहुंचा देगा। ਖੈਰ ਐਨੀਵੇ ਸੁਬਾਹ ਦਾ ਉਹ ਕਹਿੰਦਾ ਹੈ ਕਿ ਜਿਹੜੀ ਮੇਰੀ ਹੱਡੀਆਂ ਹੈਗੀਆਂ ਨੇ ਉਹਨੂੰ ਤੂੰ ਇੱਥੇ ਨਾ ਛੋੜੀ, ਮੈਨੂੰ ਮੇਰੀ ਹੱਡੀਆਂ ਨੂੰ ਜਿੱਥੇ ਮੇਰੇ ਆਪਣਾ ਬਾਕੀ ਦਾ ਆਪਣਾ ਜਿਹੜਾ ਮੇਰਾ ਕੁਟੁੰਬ ਹੈਗਾ ਉਹ ਜਿੱਥੇ ਦਫਨ ਹੈਗੇ ਨੇ ਉੱਥੇ ਹੀ ਮੈਨੂੰ ਲੈ ਕੇ ਜਾਈਂ। ਤੇ ਫੇਰ ਕੀ ਹੋਇਆ, ਜਿਹੜੇ ਲੋਕ ਪਰਮੇਸ਼ਵਰ ਦੇ ਹੁੰਦੇ ਨੇ, ਜੋਸਫ 110 ਸਾਲ ਦਾ ਹੋ ਕੇ ਮਰਿਆ ਤੇ ਉਹਨੇ ਕੀ ਦੇਖਿਆ, 3rd ਜਨਰੇਸ਼ਨ ਤੱਕ ਦੇਖੀ ਉਹਨੇ। ਇਹਦੇ 50 ਦਾ 26 ਪੜ੍ਹ ਦਿਓ। 50 ਦਾ 24 ਤੇ 50 ਦਾ 26, पहले 24 पढ़ दो। यूसुफ ने अपने भाइयों से कहा, मैं तो मरने पर हूँ, परंतु परमेश्वर निश्चय तुम्हारी सुधि लेगा और तुम्हें इस देश से निकालकर उस देश में पहुंचा देगा जिसके देने की उसने अब्राहम, इसहाक और याकूब से शपथ खाई थी। मतलब ਜਦੋਂ ਜੋਸਫ ਮਰ ਰਿਹਾ ਸੀ ਤਾਂ ਵੀ ਉਹਨੂੰ ਆਪਣੇ ਭਰਾਵਾਂ ਦੀ ਚਿੰਤਾ ਸੀ। ਐਸ ਕਰਕੇ ਉਹਨੇ ਕਿਹਾ ਤੁਸੀਂ ਘਬਰਾਣਾ ਨਹੀਂ ਕਿ ਪਰਮੇਸ਼ਵਰ ਕੀ ਹੈ ਤੁਹਾਡੀ ਸੁਧੀ ਲਏਗਾ। ਤੇ ਫਿਰ ਬਾਅਦ ਵਿੱਚ 26 ਪੜ੍ਹ ਦਿਓ। इस प्रकार यूसुफ 110 वर्ष का होकर मर गया और उसके पुत्र उसके शव में सुगंध द्रव्य भरे गए और वह शव मिस्र में एक संदूक में रखा गया। ਤੇ ਹੁਣ ਆਪਾਂ ਆ ਜਾਂਦੇ ਆ ਐਕਸੋਡਸ ਵਿੱਚ, ਐਕਸੋਡਸ ਦਾ 13 ਦਾ 19। और मूसा यूसुफ की हड्डियों को साथ लेता गया, क्योंकि यूसुफ ने इस्राएलियों से ये कह के परमेश्वर निश्चय तुम्हारी सुधि लेगा उनको इस विषय की दृढ़ शपथ खिलाई थी कि वे उसकी हड्डियों को अपने साथ यहाँ ले जाएंगे। ਤੇ ਕੀ ਕੀਤਾ ਉਹਨਾਂ ਨੇ, ਕਨਾਨ ਦੇਸ਼ ਤੋਂ ਪਰਮੇਸ਼ਵਰ ਲੈ ਕੇ ਆਇਆ ਸੀ। ਜੇਕਬ ਨੇ ਵੀ ਕੀ ਕਿਹਾ
कि मेरी हड्डियां तुसी कनान देश दफनाना। जोसफ ने भी अपना की किया कि मेरी हड्डियां तुसी कनान देश दफनाना। ਤੇ ਜਦੋਂ ਫਿਰ मूसा ਇਜ਼ਰਾਈਲੀਆਂ ਨੂੰ ਲਾਲ ਸਮੁੰਦਰ ਤੋਂ ਲੈ ਕੇ ਜਾ ਰਿਹਾ ਸੀ, ਜਦੋਂ ਉਦੋਂ ਉਹਨਾਂ ਨੇ ਕੀ ਕੀਤਾ, जोसफ ਦੀ ਹੱਡੀਆਂ ਨੂੰ ਨਾਲ ਲੈ ਕੇ ਗਏ। ਤੇ जोसफ ਦੇ ਬਾਰੇ ਕੀ ਸਿੱਖਿਆ ਸੀ ਕਿ जोसफ ਨੇ ਜ਼ਿੰਦਗੀ ਦੇ ਬਹੁਤ ਜ਼ਿਆਦਾ ਉਤਾਰ ਚੜਾਵ ਦੇਖੇ। ਧੁੱਪ ਛਾਂ ਦੀ ਉਹਨੇ ਖੇਲ ਦੇਖਿਆ ਸਾਰੀ ਉਮਰ, ਪਰ ਉਹਨੇ ਕੀ ਹੈ, ਕਦੀ ਵੀ ਪਰਮੇਸ਼ਵਰ ਨੂੰ ਉਲਾਹਣਾ ਨਹੀਂ ਦਿੱਤਾ, ਕਦੀ ਵੀ ਪਰਮੇਸ਼ਵਰ ਤੇ ਅਵਿਸ਼ਵਾਸ ਨਹੀਂ ਕੀਤਾ। ਉਹਨੇ ਆਪਣੇ ਭਾਈਆਂ ਨੂੰ ਮਾਫ ਕੀਤਾ ਜਿਨ੍ਹਾਂ ਨੇ ਉਹਨੂੰ ਦਾਸ ਬਣਾ ਕੇ ਵੇਚਤਾ ਸੀ। ਪਰਮੇਸ਼ਵਰ ਕੀ ਹੈ, ਜਗ੍ਹਾ ਜਗ੍ਹਾ ਅਸੀਂ ਦੇਖਦੇ ਆ। ਫੈਰੋ ਦੇ ਘਰ ਜਦੋਂ ਸੀਗਾ ਉਦੋਂ ਦੀ ਕੀ ਹਾਲਤ ਸੀਗੀ। ਇੱਕ ਜਿਹੜਾ ਬੰਦਾ ਮੂਰਤੀ ਪੂਜਕ ਸੀਗਾ, ਉਹਨੇ ਵੀ ਦੇਖਿਆ ਕਿ ਪਰਮੇਸ਼ਵਰ ਉਹਦੇ ਨਾਲ ਹੈਗਾ। ਜੇਲਰ ਨੇ ਵੀ ਦੇਖਿਆ ਕਿ ਪਰਮੇਸ਼ਵਰ ਉਹਦੇ ਨਾਲ ਹੈ, ਪਰ ਉਹਨਾਂ ਹੀ ਹਲੀਮ ਸੀ। ਉਹਨੇ ਇਹ ਨਹੀਂ ਕਿਹਾ ਕਿ ਜਿਹੜੇ ਸੁਪਨੇ ਹੈਗੇ ਨੇ ਉਹਨਾਂ ਦੀ ਇੰਟਰਪ੍ਰੀਟੇਸ਼ਨ ਮਤਲਬ ਮੈਂ ਦੱਸਾਂਗਾ। ਉਹ ਕਹਿੰਦਾ ਪਰਮੇਸ਼ਵਰ ਦੇ ਹੱਥ 'ਚ ਹਰ ਸੁਪਨ ਦਾ ਇੰਟਰਪ੍ਰੀਟੇਸ਼ਨ। ਤੇ ਆਪਾਂ ਨੂੰ ਵੀ ਅੱਜ ਸਿੱਖਣ ਦੀ ਜ਼ਰੂਰਤ ਹੈ। ਇਹ ਜਿਹੜਾ ਪ੍ਰਚਾਰ ਤੁਹਾਡੇ ਸਾਹਮਣੇ ਕੀਤਾ ਹੈ ਕਿ ਜਿਵੇਂ जोसफ ਪਰਮੇਸ਼ਵਰ ਦੇ ਨਾਲ ਜੁੜਿਆ ਰਿਹਾ, ਹਰ ਹਾਲਾਤ ਹੀ ਜੁੜਿਆ ਰਿਹਾ। 13 ਸਾਲ ਤੱਕ ਉਹ ਤੰਗ ਸੀਗਾ, 13 ਸਾਲ ਉਹ ਨੌਕਰ ਰਿਹਾ, ਜੇਲ੍ਹ 'ਚ ਰਿਹਾ, ਬੰਦ ਰਿਹਾ, ਪਰ ਕੀ ਹੈ, ਪਰਮੇਸ਼ਵਰ ਦੀ ਜੈ ਜੈਕਾਰ ਕਰਦਾ ਰਿਹਾ। ਫਿਰ ਉਸੇ ਪਰਮੇਸ਼ਵਰ ਜਦੋਂ 30 ਸਾਲ ਦਾ ਸੀਗਾ ਤੇ ਉਹਨੂੰ ਕੀ ਹੈ, ਗਵਰਨਰ ਬਣਾਤਾ। ਉਹਨੇ ਆਪਣੇ ਫਾਦਰ ਦੀ ਉਵੇਂ ਇੱਜ਼ਤ ਕੀਤੀ ਜਿਵੇਂ 10 ਕਮਾਂਡਮੈਂਟਸ ਕਹਿੰਦੀਆਂ ਨੇ। ਸਾਨੂੰ ਵੀ ਉਵੇਂ ਹੀ ਕਰਨੀ ਚਾਹੀਦੀ ਹੈ। ਕਿਉਂ? ਕਿਉਂਕਿ ਇਹ ਪਰਮੇਸ਼ਵਰ ਦਾ ਹੁਕਮ ਹੈਗਾ ਤੁਹਾਡੇ ਤੇ ਮੇਰੇ ਵਾਸਤੇ। ਕਦੀ ਵੀ ਆਪਣੇ ਮਾਂ-ਬਾਪ ਨੂੰ ਟੇਢੀ ਨਜ਼ਰ ਨਾਲ ਨਾ ਦੇਖੋ। ਇਹ ਸੰਸਾਰ ਦੇ ਬਣ ਕੇ ਕਦੀ ਖੁਸ਼ ਨਹੀਂ ਰਹਿ ਸਕਦੇ। ਪਰਮੇਸ਼ਵਰ ਜਿਹੜਾ ਸਾਡਾ everything God is the source। ਪਰਮੇਸ਼ਵਰ ਤੋਂ ਹਰ ਚੀਜ਼ ਹੁੰਦੀ ਹੈ। ਇਸ ਕਰਕੇ ਹਮੇਸ਼ਾ ਜਿਸ ਤੱਕ ਪਰਮੇਸ਼ਵਰ ਨਾਲ ਬਣੇ ਰਹਾਂਗੇ ਉਸ ਤੱਕ ਹੀ ਅਸੀਂ ਫਲਦਾਰ ਹੋਵਾਂਗੇ, ਫਰੂਟਫੁਲ ਹੋਵਾਂਗੇ। We will be like a green branches of the tree who will always have flower and fruits। और ਜਿਹੜੀ ਟਹਿਣੀਆਂ ਨੇ ਕਦੀ ਮੁਰਝਾਣਗੀਆਂ ਨਹੀਂ, they will never wither away। ਪਰਮੇਸ਼ਵਰ ਦਾ ਵਚਨ ਆਪਾਂ ਰੋਮੀਓ 12 ਦੇ 1 ਵਿੱਚ ਬਹੁਤ ਖਾਸ ਗੱਲ ਦੱਸਦਾ। ਆਪਾਂ ਉਹ ਲੈ ਕੇ ਅੱਜ ਦਾ ਪ੍ਰਚਾਰ ਖਤਮ ਕਰਾਂਗੇ। इसलिए हे भाइयों, मैं तुमसे परमेश्वर की दया स्मरण दिलाकर विनती करता हूँ। किसकी दया स्मरण दिलवाकर विनती करता हूँ? मैं तुम्हारी मदद की वो नहीं कर रहा, परमेश्वर की अपना दया स्मरण कराता हूँ। आगे कि अपने शरीरों को जीवित और पवित्र और परमेश्वर को भावता हुआ बलिदान करके चढ़ाओ। अपने शरीर को लिविंग सैक्रिफाइस बनाओ। सैक्रिफाइस का मतलब नहीं है तुसी अपने शरीर ਨੂੰ कष्ट देना, ਕੱਟ ਕੇ ਸਿੱਟ ਦੇਣਾ। ਲਿਵਿੰਗ ਸੈਕਰੀਫਾਈਸ ਦਾ ਮਤਲਬ ਹੈ ਪਰਮੇਸ਼ਵਰ ਦੇ ਵਚਨ ਦੇ ਨਾਲ ਜੁੜੋ, ਪਰਮੇਸ਼ਵਰ ਦੇ ਵਚਨ ਦੇ ਨਾਲ ਜੁੜੋ, ਪਰਮੇਸ਼ਵਰ ਕੀ ਕਹਿੰਦਾ ਉਹਦੇ ਹਿਸਾਬ ਨਾਲ ਜੀਵਨ ਬਿਤਾਓ। ਜੇ ਤੁਸੀਂ ਇਬਰਾਨੀਆਂ 4 ਦਾ 13 ਪੜ੍ਹਦੇ ਨਾਲੋਂ ਨਾਲ, ਜੇ ਤੁਸੀਂ ਮਨ ਵਿੱਚ ਇੱਛਾ ਰੱਖੋਗੇ ਤੇ ਪਰਮੇਸ਼ਵਰ ਤੁਹਾਡੀ ਕੀ ਹੈ, ਮਦਦ ਕਰਦੇ ਨੇ। ਕਿਉਂ? ਪਰਮੇਸ਼ਵਰ ਦੇ ਅੱਖਾਂ ਦੇ ਸਾਹਮਣੇ ਹਰ ਚੀਜ਼ ਨੰਗੀ ਤੇ ਬੇਪਰਦਾ ਹੈਗੀ ਹੈ। ਪਰਮੇਸ਼ਵਰ ਦਾ ਵਚਨ ਉਹਦੀ ਗਵਾਹੀ ਦਿੰਦਾ। 12:1 ਹੱਥ ਰੱਖੀ ਆਪਣਾ। सृष्टि की कोई वस्तु उससे छिपी नहीं है, वरन जिससे हमें काम है उसकी आंखों के सामने सब वस्तुएं खुली और प्रकट हैं। जिससे हमें काम है। ਅਸੀਂ ਕੱਲ ਵੀ ਦੇਖਿਆ ਸੀ ਜੇਮਸ ਵਿੱਚ ਜਿੱਥੇ हर अच्छी चीज कितों आती है, ज्योतिया दे परमेश्वर तो आती है। जिससे हमें काम है मतलब जिसने हमारी जिंदगी के रस्तों को आसान बनाना है, जिसने हमारी जिंदगी को अबदी जीवन देना है, जिसने हमारे को उद्धार देना है, उस पिता परमेश्वर के सामने हर चीज नंगी और बेपर्दा है।
आपके और मेरे हृदय में क्या है, परमेश्वर उससे वाकिफ है। इसलिए 12:1 दोबारा पढ़ दो। इसलिए हे भाइयों, मैं तुमसे परमेश्वर की दया संभ्रम दिलाकर विनती करता हूँ कि अपने शरीरों को जीवित और पवित्र और परमेश्वर को भावता हुआ बलिदान करके चढ़ाओ, यही तुम्हारी आत्मिक सेवा है। यही तुम्हारी आत्मिक सेवा है। इसलिए बहुत जरूरी है कि ਜਿਹੜਾ ਪਵਿੱਤਰ ਆਤਮਾ ਲਾਰਡ ਹੋਲੀ ਸਪਿਰਿਟ ਸਾਨੂੰ ਦਿੱਤੇ ਗਏ ਨੇ, ਅਸੀਂ ਆਪਣਾ ਜੀਵਨ ਉਹਨਾਂ ਦੀ ਅਗਵਾਈ 'ਚ ਬਿਤਾਈਏ, ਉਹਨਾਂ ਦੀ ਫੈਲੋਸ਼ਿਪ ਵਿੱਚ ਬਿਤਾਈਏ, ਉਹਨਾਂ ਨਾਲ ਸਮੇਂ ਬਿਤਾਈਏ। ਆਪਣਾ ਜਿਹੜਾ ਸਵੇਰ ਦਾ ਟਾਈਮ ਹੈ ਉੱਠਦੇ ਆ, ਸਭ ਤੋਂ ਪਹਿਲੇ ਪਰਮੇਸ਼ਵਰ ਨੂੰ ਯਾਦ ਕਰੀਏ, ਪਰਮੇਸ਼ਵਰ ਦੇ ਨਾਲ ਜੁੜੀਏ। ਆਪਣੇ ਦਿਨ ਦੀ ਸ਼ੁਰੂਆਤ, ਆਪਣੇ ਦਿਨ ਦਾ ਵਿੱਚ ਤੇ ਆਪਣੇ ਦਿਨ ਦਾ ਅਖੀਰ ਪਰਮੇਸ਼ਵਰ ਨਾਲ ਕਰੀਏ। ਮੇਰੀ ਪ੍ਰਾਰਥਨਾ ਹੈਗੀ ਹੈ, ਮੇਰੀ ਤੁਹਾਡੇ ਵਾਸਤੇ ਇੱਕ ਅਰਜ਼ੋਈ ਹੈਗੀ ਹੈ, ਰਿਕੁਐਸਟ ਹੈਗੀ ਹੈ ਕਿ ਪਰਮੇਸ਼ਵਰ ਵਿੱਚ ਬਨੇ ਰਹੋ, ਤਾਈਓ ਫਲਵੰਤ ਹੋਵੋਗੇ। ਜੈ ਮਸੀਹ। थैंक यू फादर, प्रभु यीशु मसीह नाम ਦੇ ਨਾਮ ਨਾਲ। हे ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਵਚਨ ਵਾਸਤੇ ਫਾਦਰ, ਜੋ ਤੁਸੀਂ ਖਾਇਆ। ਸਾਡੀ ਮਦਦ ਕਰੋ, ਸਹਾਇਤਾ ਕਰੋ ਕਿ ਨਾ ਬੋਡੀਜ਼ ਨੂੰ ਲਿਵਿੰਗ ਸੈਕਰੀਫਾਈਸ ਕਰਕੇ ਚੜ੍ਹਾਉਣ 'ਚ ਸਾਡੀ ਮਦਦ ਕਰੋ, ਕਿਉਂਕਿ ਤੁਸੀਂ ਕਿਹਾ ਹੀ ਤੁਹਾਡੀ ਰੂਹਾਨੀ ਬੰਦਗੀ ਹੈ ਖੁਦਾਵੰਦ, ਇਹੀ ਆਤਮਿਕ ਸੇਵਾ ਹੈ। ਸਾਡੀ ਸਾਰਿਆਂ ਦੀ ਮਦਦ ਕਰੋ ਕਿ ਜੋ ਵਚਨ ਤੁਸੀਂ ਭੇਜ ਰਹੇ ਹੋ ਇਹਨਾਂ ਨੂੰ ਗ੍ਰਹਿਣ ਕਰਕੇ ਅਸੀਂ ਤੁਹਾਡੀ ਇੱਛਾ ਨੂੰ ਪੂਰਾ ਕਰ ਸਕੀਏ, ਔਰ ਹਰ ਅਪਵਿੱਤਰਤਾ, ਹਰ ਬੁਰਾਈ ਇਸ ਵਚਨ ਦੇ ਨਾਲ ਕੱਟੀ ਜਾਏਗੀ ਖੁਦਾਵੰਦ, ਕਿਉਂਕਿ ਵਚਨ 'ਚ ਲਿਖਿਆ ਹੈਗਾ ਕਿ ਪ੍ਰਭੂ ਯੀਸ਼ੂ ਨੇ ਪਰਮੇਸ਼ਵਰ ਅੱਗੇ ਸਾਡੇ ਸਾਰਿਆਂ ਦੇ ਲਈ ਇਹ ਦੁਆ ਪ੍ਰਾਰਥਨਾ ਕੀਤੀ, ਹਰ ਉਸ ਚੇਲੇ ਵਾਸਤੇ, ਕਿ ਇਹਨਾਂ ਨੂੰ ਸੱਚ ਦੇ ਦੁਆਰਾ ਪਵਿੱਤਰ ਕਰੋ ਪਰਮੇਸ਼ਵਰ, ਸੱਚ ਤੇਰਾ ਵਚਨ ਹੈ। ਫਾਦਰ, ਜੋ ਵਚਨ ਸੱਚ ਦਾ ਵਚਨ ਤੁਸੀਂ ਅਨੁਗ੍ਰਹਿ ਦਾ ਵਚਨ ਸਾਡੇ ਕੋਲ ਭੇਜਿਆ, ਸਾਡੀ ਮਦਦ ਕਰੋ, ਸਹਾਇਤਾ ਕਰੋ। ਪਵਿੱਤਰ ਆਤਮਾ ਜੀ, ਤੁਹਾਨੂੰ ਸੌਂਪਦੇ ਹਾਂ ਕਿ ਇਹ ਗੰਦਗੀ ਦੇ ਜੋ ਪੱਥਰ, ਜੋ ਚੀਜ਼ਾਂ ਸਾਡੇ ਅੰਦਰ ਹੈਗੀਆਂ, ਅਵਿਸ਼ਵਾਸ ਦੀਆਂ ਜਾਂ ਜੋ ਵੀ ਪਿਤਾ ਪਰਮੇਸ਼ਰ ਤੁਹਾਡੇ ਅਗੇਂਸਟ ਹੈ, ਸਭ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਇਹ ਵਚਨ ਜੋ ਹਥੌੜਾ ਹੈ, ਸਭ ਪੱਥਰ ਟੁੱਟ ਜਾਣ ਇਨ ਦਾ ਨੇਮ ਆਫ ਲਾਰਡ ਜੀਸਸ, ਔਰ ਸਾਡਾ ਦਿਲ ਪਵਿੱਤਰ ਦਿਲ ਬਣੇ ਤਾਂ ਕਿ ਸ਼ੁੱਧ ਮਨ ਔਰ ਪਵਿੱਤਰ ਹੱਥਾਂ ਨੂੰ ਉਠਾ ਕੇ ਤੁਹਾਡੀ ਆਰਾਧਨਾ ਸਤੁਤੀ ਕਰ ਸਕੀਏ, ਕਿਉਂਕਿ ਵਚਨ 'ਚ ਲਿਖਿਆ ਧੰਨ ਉਹ ਹੈ ਜਿਨ੍ਹਾਂ ਦੇ ਮਨ ਸ਼ੁੱਧ ਹੈ, ਉਹ ਪਰਮੇਸ਼ਵਰ ਨੂੰ ਦੇਖਣਗੇ। ਔਰ ਫਾਦਰ, ਜਦੋਂ ਤੁਸੀਂ ਸਾਨੂੰ ਲੈਣ ਵਾਸਤੇ ਆ ਰਹੇ ਹੋ, ਰੂਬਰੂ ਅਸੀਂ ਤੁਹਾਨੂੰ ਦੇਖਣਾ ਖੁਦਾਵੰਦ, ਉਹਦੇ ਵਿੱਚ ਕੰਡੀਸ਼ਨ ਹੈ ਕਿ ਸਾਡੇ ਮਨ ਸ਼ੁੱਧ ਹੋਣੇ ਚਾਹੀਦੇ। हे ਪਿਤਾ, ਆਪਣੇ ਮਨਾਂ ਨੂੰ ਤੁਹਾਨੂੰ ਸੌਂਪਦੇ, ਤੁਸੀਂ ਹੀ ਪਵਿੱਤਰ ਕਰ ਸਕਦੇ ਹੋ। ਤੁਹਾਡਾ ਵਚਨ ਕਹਿੰਦਾ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ। ਸਾਨੂੰ ਸਾਰਿਆਂ ਨੂੰ ਪ੍ਰਭੂ ਆਪਣੀ ਪਵਿੱਤਰਤਾ ਹੀ ਬਖਸ਼ੋ ਤਾਂ ਕਿ ਸ਼ੁੱਧ ਮਨ ਦੇ ਨਾਲ ਅਸੀਂ ਤੁਹਾਡੇ ਦਰਸ਼ਨ ਕਰ ਸਕੀਏ ਖੁਦਾਵੰਦ। ਥੈਂਕ ਯੂ ਫਾਦਰ, ਹਰ ਸੁਣਨ ਵਾਲੇ ਵਾਸਤੇ ਤੁਹਾਡੀ ਬਰਕਤ ਮੰਗਦੇ ਆ ਖੁਦਾਵੰਦ, ਤੁਹਾਡੇ ਅੱਗੇ ਦੁਹਾਈ ਦਿੰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਦਿੰਦੇ ਹਾਂ ਖੁਦਾਵੰਦ। ਥੈਂਕ ਯੂ ਫਾਦਰ, ਥੈਂਕ ਯੂ ਲਾਰਡ ਜੀਸਸ। ਤੁਹਾਡਾ ਅਨੁਗ੍ਰਹਿ ਹਮੇਸ਼ਾ ਸਾਡੇ ਸਾਰਿਆਂ ਨਾਲ ਬਣਿਆ ਰਹੇ। ਇਸ ਟਾਈਮ ਤੇ ਫਾਦਰ, ਹਰ ਉਹ ਬਿਮਾਰ, ਹਰ ਉਹ ਲੋਕ ਜੋ ਪ੍ਰਭੂ ਕੈਂਸਰ ਦੇ ਪੇਸ਼ੈਂਟ ਹੈ, ਹਰ ਉਹ ਲੋਕ ਜਿਹੜੇ ਕਿਸੇ ਵੀ ਬਿਮਾਰੀ ਨਾਲ ਇਸ ਟਾਈਮ ਤੇ ਪੀੜਿਤ ਹੈ, ਲਾਰਡ ਜੀਸਸ ਤੁਹਾਡੇ ਇਸ ਗ੍ਰੇਸ ਦੇ ਤਖਤ ਦੇ ਸਾਹਮਣੇ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਲੈ ਕੇ ਆਉਂਦੇ ਹਾਂ, ਅਰਜ਼ੋਈ ਕਰਦੇ ਹਾਂ ਲਾਰਡ ਜੀਸਸ ਓ ਗॉड, ਕਿਉਂਕਿ ਤੁਸੀਂ ਲਿਖਿਆ ਲਾਰਡ ਜੀਸਸ, ਜਦੋਂ ਤੁਸੀਂ ਇਸ ਜਗਤ ਵਿੱਚ ਸੀ, ਤੁਸੀਂ ਸਾਰਿਆਂ ਦੇ ਦੁਰਬਲਤਾਵਾਂ ਨੂੰ ਆਪਣੇ ਉੱਤੇ ਲਿਆ, ਸਾਰਿਆਂ ਦੀਆਂ ਬਿਮਾਰੀਆਂ ਨੂੰ ਲਿਆ ਲਾਰਡ ਜੀਸਸ। ਤੁਹਾਡਾ ਨਾਮ ਹੀ ਯਹੋਵਾ ਰਾਫਾ ਹੈ ਖੁਦਾਵੰਦ, ਸਾਰਿਆਂ ਨੂੰ ਟੱਚ ਕਰੋ ਔਰ ਹੀਲ ਕਰੋ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ। Thank you, Father. In everything we give you glory. In Jesus' name, amen. Amen.